ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਓ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੂ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰਾਂ ਤਾਰਾ ਧਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜਪੁਰ ਮੈਂ ਗੁਰਪੁਰਖ ਅਗਾਧ, ਬਰਜੀ ਆਦ ਰੁਵਿਆਦ ਉਪਾਦ। ਤਬ ਅਕਬਰ ਦਿੱਲੀ ਤੇ ਆਵਾ, ਸਲਿਤਾ ਉਤਰ ਸਿਵਰ ਨਿਜ ਪਾਵਾ। ਨਿਜਪੁਰ ਮੈਂ ਗੁਰਪੁਰਖ ਅਗਾਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰੁਣਾ ਨਿਦਾਨ ਭਗਤ ਵੈਸ਼ਲ, ਹਾਜ਼ਰਾ ਹਜੂਰ ਜਾਹਰਾ ਜਹੂਰ। ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਸੁਭਾਇਮਾਨ। ਸਰਬ ਸਾਂਝੀ ਵਾਲਤਾ ਦੇ ਪ੍ਰਤੀਕ, ਵਾਲੀਏ ਦੋ ਜਹਾਨ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ। ਅਮੋਲਕ ਮਨੁੱਖਾ ਦੁਲੰਭ ਜਨਮ ਨੂੰ ਚੁਲੰਭ ਕਰਨ ਵਾਸਤੇ ਸਤਿਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ, ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਹਨ। ਤੁਮ ਚੰਦਨ ਹਮ ਅਰਿੰਡ ਬਾਪੁਰੇ, ਸੰਗ ਤੁਮਾਰੇ ਵਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਹੇ ਵਾਹਿਗੁਰੂ ਜੀ, ਤੁਸੀਂ ਚੰਦਨ ਵਾਂਗ ਹੋ, ਅਸੀਂ ਉਸ ਅਰਿੰਡ ਦੇ ਦਰਖਤ ਵਰਗੇ ਹਾਂ ਜਿਸ ਦੀ ਕੋਈ ਕੀਮਤ ਨਹੀਂ। ਤੁਹਾਡੀ ਸੰਗਤ ਹੋਣ ਦੇ ਨਾਲ, ਤੁਹਾਡੀ ਨਿਕਟਤਾ ਮਿਲਣ ਦੇ ਨਾਲ
ਜਿਵੇਂ ਚੰਦਨ ਦੇ ਵਿੱਚੋਂ ਸੁਗੰਧ ਹਵਾ ਦੇ ਰਾਹੀਂ ਕਿਸੇ ਵੀ ਪੌਦੇ ਅੰਦਰ ਚਲੀ ਜਾਂਦੀ ਹੈ ਤਾਂ ਉਹਦੀ ਲੱਕੜੀ ਜਿਹੜੀ ਹੈ ਕੀਮਤੀ ਹੋ ਜਾਂਦੀ ਹੈ। ਆਲੇ ਦੁਆਲੇ ਜਿੰਨੀ ਬਨਸਪਤੀ ਹੈ ਸਾਰੀ ਮਹਿਕ ਉੱਠਦੀ ਹੈ। ਓਏ ਵੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਤੇ ਸਾਧ ਸੰਗਤ ਇਸੇ ਤਰ੍ਹਾਂ ਗੁਰੂ ਦੇ ਨੇੜੇ ਰਹਿਣ ਦੇ ਨਾਲ ਜਿਵੇਂ ਚੰਦਨ ਦੀ ਸੁਗੰਧੀ ਨਾਲ ਬਨਸਪਤੀ ਸੁਗੰਧਿਤ ਹੋ ਕੇ ਕੀਮਤ ਪਾਉਂਦੀ ਹੈ, ਇਵੇਂ ਸਤਿਗੁਰੂ ਜੀ ਕਹਿੰਦੇ ਨੇ ਸੰਗਤ ਕਰਨ ਦੇ ਨਾਲ, ਗੁਰੂ ਦੀ ਸੰਗਤ ਨਾਲ ਗੁਰੂ ਵਾਲੇ ਜਿਹੜੇ ਉੱਤਮ ਮਹਾਨ ਗੁਣ ਹਨ ਉਹ ਸੇਵਕ ਸਿੱਖ ਜਗਿਆਸੂ ਦੇ ਜੀਵਨ ਵਿੱਚ ਆ ਜਾਂਦੇ ਨੇ। ਇਵੇਂ ਭਗਤ ਰਵਿਦਾਸ ਜੀ ਬਖਸ਼ਿਸ਼ ਕਰ ਰਹੇ ਨੇ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ। ਤੁਮ ਮਖਤੂਲ ਸੁਪੇਦ ਸਪੀਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ। ਤੁਸੀਂ ਚਿੱਟਾ ਪੀਲਾ ਸੋਹਣਾ ਰੇਸ਼ਮ ਹੋ, ਅਸੀਂ ਉਸ ਰੇਸ਼ਮ ਨੂੰ ਬੁਣਨ ਵਾਲੇ ਉਸ ਕੀੜੇ ਵਾਂਗ ਹਾਂ। ਜਿਹੜਾ ਕੀੜਾ ਰੇਸ਼ਮ ਨੂੰ ਬੁਣਦਾ ਹੈ, ਬੁਣਨ ਤੋਂ ਬਾਅਦ ਉਹਦੇ ਵਿੱਚ ਹੀ ਉਹਦੀ ਮੌਤ ਹੁੰਦੀ ਹੈ, ਬਾਹਰ ਨਹੀਂ ਨਿਕਲ ਸਕਦਾ। ਸ਼ਹਿਦ ਦੀ ਮੱਖੀ ਆਪਣਾ ਜੀਵਨ ਸਾਰਾ ਸ਼ਹਿਦ ਦੇ ਛੱਤੇ ਵਿੱਚ ਹੀ ਬਤੀਤ ਕਰ ਦਿੰਦੀ ਹੈ। ਇਵੇਂ ਸਾਡੇ ਉੱਪਰ ਵੀ ਕਿਰਪਾ ਕਰਿਓ ਕਿ ਅਸੀਂ ਆਪ ਜੀ ਦੀ ਸੰਗਤ ਵਿੱਚ ਉਸ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਮਿਲੇ ਰਹੀਏ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਮੇਰੀ ਜਾਤ ਵੀ ਨੀਵੀਂ ਹੈ, ਪਾਤ ਵੀ ਨੀਵੀਂ ਹੈ, ਮੇਰਾ ਜਨਮ ਵੀ ਹੋਛਾ ਹੈ, ਪਰ ਸੱਚੇ ਪਾਤਸ਼ਾਹ ਮੈਂ ਕੋਈ ਤੇਰੀ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ। ਰਾਜਾ ਰਾਮ ਕੀ ਸੇਵਨਾ ਕੀਨੀ, ਕਹਿ ਰਵਿਦਾਸ ਚਮਾਰਾ। ਤੇ ਮੇਰੇ ਉੱਪਰ ਇਹੀ ਕਿਰਪਾ ਕਰਿਓ ਕਿ ਮੈਨੂੰ ਤੁਹਾਡੀ ਸਤ ਸੰਗਤ ਪ੍ਰਾਪਤ ਹੁੰਦੀ ਰਹੇ। ਸਤਿਗੁਰੂ ਜੀ ਦੇ ਵਚਨ ਸੁਖਮਨੀ ਸਾਹਿਬ ਵਿੱਚੋਂ ਵੀ ਪੜ੍ਹਦੇ ਹਾਂ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਸੰਗਤ ਕਰਨ ਵਾਲੇ ਨੂੰ ਕੋਈ ਹੋਰ ਘਾਲਣ ਦੀ ਜ਼ਰੂਰਤ ਬਾਕੀ ਨਹੀਂ ਹੈ, ਕਿਉਂਕਿ ਸਾਧ ਸੰਗਤ ਸਭ ਤੋਂ ਉੱਤਮ ਪੁੰਨ ਕੀ ਹੈ? ਕਲਮ ਹੈ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਮਾਲਕ ਦੇ ਗੁਣ ਗਾਉਣੇ, ਪ੍ਰਭੂ ਜਸ ਕਰਨਾ, ਹਰੀ ਦੀ ਕੀਰਤੀ ਕਰਨੀ, ਸਤ ਸੰਗਤ ਵਿੱਚ ਆਉਂਦੇ ਰਹਿਣਾ, ਇਹੀ ਸਭ ਤੋਂ ਉੱਤਮ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪ੍ਰਾਪਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਭਾਗ ਮੱਥੇ ਤੇ ਲਿਖੇ ਹਨ। ਅਸੀਂ ਸਵਾਲ ਕਰਦੇ ਹਾਂ ਜੀ, ਫਿਰ ਸਾਡੇ ਮੱਥੇ ਤੇ ਭਾਗ ਨਹੀਂ, ਅਸੀਂ ਸੰਗਤ ਵਿੱਚ ਕਿਵੇਂ ਆਈਏ? ਤਾਂ ਸਾਧ ਸੰਗਤ ਗੁਰੂ ਸਾਹਿਬ ਨੇ ਮਨੁੱਖਾ ਜਨਮ ਦਿੱਤਾ ਏ। ਹੁਣ ਸਮਾਂ ਹੈ ਨਾ, ਅਸੀਂ ਹੁਣ ਸੰਗਤ ਵਿੱਚ ਆਵਾਂਗੇ। ਜਿੰਨਾ ਸਮਾਂ ਸੰਗਤ ਵਿੱਚ ਬਾਣੀ ਨਾਲ ਜੁੜ ਕੇ ਅਸੀਂ ਸਫਲ ਕਰ ਲਵਾਂਗੇ, ਉਹ ਸਮਾਂ ਸਾਡਾ ਧੁਰ ਬਣ ਜਾਣਾ ਹੈ। ਉਹ ਕਰਮ ਜਿਹੜੇ ਨੇ, ਕਿਉਂਕਿ ਕਰਮ ਕੋਈ ਵੀ ਹੈ, ਚੰਗਿਆਈ ਬੁਰਿਆਈ ਦੋ ਤਰ੍ਹਾਂ ਦੇ ਕਰਮ ਨੇ। ਜਿਹੜਾ ਵੀ ਬੀਜ ਇਸ ਸਰੀਰ ਰੂਪੀ ਹਿਰਦੇ ਦੇ ਅੰਦਰ ਬੀਜਿਆ ਜਾਂਦਾ ਹੈ, ਉਹਦਾ ਫਲ ਅਵੱਸ਼ ਮਿਲਦਾ ਹੈ। ਤੇ ਜੋ ਅਸੀਂ ਬੀਜਦੇ ਹਾਂ, ਆਪੋ ਆਪਣੇ ਬੀਜ ਆਪ ਨੂੰ ਫਲ ਖਾਣੇ ਪੈਂਦੇ ਹਨ। ਇਸ ਲਈ ਅੱਜ ਸਤ ਸੰਗਤ ਵਿੱਚ ਆ ਜਾਈਏ ਤਾਂ ਅੱਜ ਤੋਂ ਲੈ ਕੇ ਹੀ ਧੁਰ ਸ਼ੁਰੂ ਹੋ ਜਾਵੇਗਾ। ਤੇ ਮਾਲਕ ਦਾ ਸੁਭਾਅ ਹੈ, ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਉਹਦਾ ਸੁਭਾਅ ਹੈ ਕਿ ਸਾਡੀ ਘਾਲਣਾ ਨੂੰ ਅਜਾਈ ਨਹੀਂ ਗਵਾਏਗਾ। ਉਹਨੂੰ ਵੀ ਸਤਸੰਗੀ ਪਿਆਰੇ ਲੱਗਦੇ ਨੇ, ਸਤ ਸੰਗਤ ਕਰਨ ਵਾਲੇ ਚੰਗੇ ਲੱਗਦੇ ਨੇ, ਉਹਨੂੰ ਚੰਗਿਆਈਆਂ ਪ੍ਰਵਾਨ ਨੇ, ਗੁਣ ਪ੍ਰਵਾਨ ਨੇ। ਤੇ ਨਾਲੇ ਭਾਈ ਗੁਰਦਾਸ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸਿੱਖ ਇੱਕ ਕਦਮ ਗੁਰੂ ਵੱਲ ਨੂੰ ਤੁਰਦਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਤਿਗੁਰੂ ਜੀ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਨੇ, ਇੰਨਾ ਮਾਣ ਦਿੰਦੇ ਨੇ। ਇਸ ਲਈ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਜਿਵੇਂ ਸਾਡਾ ਨੇਮ ਪ੍ਰੇਮ ਬਣਿਆ ਹੈ,
ਇਵੇਂ ਅਸੀਂ ਸਤਿਗੁਰੂ ਜੀ ਦੀ ਸਤ ਸੰਗਤ ਦੇ ਨਾਲ ਜੁੜੇ ਰਹੀਏ। ਦਾਸ ਤੋਂ ਪਹਿਲਾਂ ਆਪ ਸੰਗਤ ਨੇ ਗੁਰੂ ਸਵਾਰਿਆਂ ਤੋਂ ਇਲਾਹੀ ਬਾਣੀ ਦਾ ਰੱਬੀ ਕੀਰਤਨ ਸ਼ਰਵਣ ਕੀਤਾ ਹੈ। ਆਓ ਸਾਧ ਸੰਗਤ ਜੋ ਗੁਰ ਇਤਿਹਾਸ ਦੀ ਕਥਾ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇਤਿਹਾਸ ਦਾ ਬਹੁਤ ਗਹਿਰਾ ਸੰਬੰਧ ਹੈ। ਇਤਿਹਾਸ ਤੇ ਬਾਣੀ ਦਾ ਨਹੁੰ ਤੇ ਮਾਸ ਦਾ ਰਿਸ਼ਤਾ ਹੈ। ਗੁਰਬਾਣੀ ਨੂੰ ਸਮਝਣ ਵਾਸਤੇ ਇਤਿਹਾਸ ਪੜ੍ਹਨਾ ਅਤੀ ਜ਼ਰੂਰੀ ਹੈ। ਇਤਿਹਾਸ ਪੜ੍ਹੇ ਤੋਂ ਬਿਨਾਂ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਐਸੇ ਹਨ ਜਿਨ੍ਹਾਂ ਦੇ ਅਰਥ ਕਰਨੇ ਅਸੰਭਵ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੋਤਮ ਨੇ, ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਬਾਕੀ ਕਿੰਨੇ ਗ੍ਰੰਥ ਜਿਹੜੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਜਨਮ ਸਾਖੀਆਂ, ਇਸੇ ਪ੍ਰਕਾਰ ਭਾਈ ਨੰਦ ਲਾਲ ਜੀ, ਇਸੇ ਪ੍ਰਕਾਰ ਸਾਧ ਸੰਗਤ ਪਹਿਲਾਂ ਵੇਖੋ ਬਾਣੀ ਆਈ ਹੈ ਜਿਸ ਨੂੰ ਕੀ ਕਿਹਾ ਗਿਆ ਹੈ, ਆਖੀ ਉਚਾਰਨ ਕੀਤੀ ਗਈ ਹੈ। ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਆਖੀ ਦੇ ਨਾਲ ਫਿਰ ਸਾਖੀ ਸਾਹਿਤ ਜਿਹੜਾ ਸ਼ੁਰੂ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਭਾਈ ਪੈੜੇ ਮੌਕੇ ਦੇ ਕੋਲੋਂ ਖਡੂਰ ਸਾਹਿਬ ਦੀ ਧਰਤੀ ਤੇ ਲਿਖਵਾਈ ਹੈ। ਫਿਰ ਅੱਗੇ ਮਿਹਰਬਾਨ ਨੇ ਜਨਮ ਸਾਖੀਆਂ ਲਿਖੀਆਂ ਹਨ। ਇਵੇਂ ਆਖੀ ਦੇ ਨਾਲ ਸਾਖੀ ਸਾਹਿਤ ਸ਼ੁਰੂ ਹੋਇਆ ਹੈ। ਤਾਂ ਇਸ ਤੋਂ ਬਾਅਦ ਫਿਰ ਬਿਲਾਸ ਆਏ ਨੇ, ਗੁਰ ਬਿਲਾਸ ਪਾਤਸ਼ਾਹੀ 10ਵੀਂ, ਗੁਰ ਬਿਲਾਸ ਪਾਤਸ਼ਾਹੀ 6ਵੀਂ। ਫਿਰ ਇਸੇ ਪ੍ਰਕਾਰ ਰਹਿਤਨਾਮੇ ਤਿਆਰ ਹੋਏ ਨੇ। ਫਿਰ ਅੱਗੇ ਜਾ ਕੇ ਸਾਧ ਸੰਗਤ ਜੀ ਪ੍ਰਕਾਸ਼ ਆਉਂਦੇ ਨੇ, ਨਵੀਨ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼। ਇਸੇ ਪ੍ਰਕਾਰ ਇਹ ਜਿੰਨਾ ਵੀ ਸਾਹਿਤ ਹੈ ਇਹ ਸਾਰਾ ਪੜ੍ਹ ਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਪੈਂਦੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀਆਂ ਟੂਕ ਮਾਤਰ ਗੱਲਾਂ ਕਹੀਆਂ ਨੇ, ਉਹਦਾ ਵਿਸਥਾਰ ਸਾਨੂੰ ਬਾਕੀ ਗ੍ਰੰਥਾਂ ਵਿੱਚੋਂ ਲੈਣਾ ਪੈਂਦਾ ਹੈ। ਇਵੇਂ ਹੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸਾਰੇ ਵਿਸ਼ੇ ਐਸੇ ਹਨ ਜਿਨ੍ਹਾਂ ਦਾ ਕਲਗੀਧਰ ਪਾਤਸ਼ਾਹ ਜੀ ਨੇ ਅੱਗੇ ਵਿਸਥਾਰ ਕੀਤਾ ਹੋਇਆ ਹੈ। ਸੋ ਰਹੋ ਵਿਚਾਰ, ਸਤਿਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ ਨੇ, ਮਨ ਇੱਛੇ ਫਲ ਪ੍ਰਾਪਤ ਕਰਦੀਆਂ ਹਨ। ਕੱਲ ਤੱਕ ਆਪਨੇ ਪ੍ਰਸੰਗ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਗਰੀਬ ਨਵਾਜ ਦੇ ਦਰ ਤੇ ਇੱਕ ਵਿਧਵਾ ਮਾਈ ਜੋ ਆਪਣੇ ਮੋਏ ਹੋਏ ਪੁੱਤਰ ਨੂੰ ਲੈ ਕੇ ਆਈ ਹੈ, ਸਤਿਗੁਰੂ ਜੀ ਦਾ ਹਿਰਦਾ ਦਰਬ ਗਿਆ, ਆਪਣਾ ਪਾਵਨ ਚਰਨ ਛੁਹਾਇਆ ਹੈ, ਮ੍ਰਿਤਕ ਨੂੰ ਜਿੰਦਾ ਕਰ ਦਿੱਤਾ। ਔਰ ਨਾਲ ਹੀ ਸਤਿਗੁਰੂ ਜੀ ਨੇ ਬਚਨ ਕਰ ਦਿੱਤੇ ਕਿ ਜਿੰਨਾ ਸਮਾਂ ਅਸੀਂ ਸ੍ਰੀ ਗੋਇੰਦਵਾਲ ਵਿੱਚ ਸਰੀਰ ਕਰਕੇ ਵਿਰਾਜਮਾਨ ਹਾਂ, ਕੋਈ ਵੀ ਪ੍ਰਾਣੀ ਇੱਥੇ ਚੜ੍ਹਾਈ ਨਹੀਂ ਕਰੇਗਾ। ਸਮਰੱਥ ਸਤਿਗੁਰੂ ਨੇ ਬਚਨ ਕੀਤੇ। ਇਤਿਹਾਸ ਕਹਿੰਦਾ ਇਸ ਪ੍ਰਕਾਰ ਹੀ ਹੋਇਆ ਤੇ ਵਾਪਰਿਆ ਹੈ। ਇਸੇ ਤਰ੍ਹਾਂ ਜੋ ਅੱਗੇ ਪ੍ਰਕਰਨ ਚੱਲ ਰਿਹਾ ਹੈ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਪਰ, ਆਓ ਕਵੀ ਜੀ ਦੀ ਕਲਮ ਦੁਆਰਾ ਲਿਖੇ ਹੋਏ ਇਤਿਹਾਸ ਨੂੰ ਪੜ੍ਹਨ, ਸੁਣਨ, ਸਮਝਣ ਦਾ ਯਤਨ ਕਰੀਏ ਜੀ। ਸਮੁੱਚੀ ਸੰਗਤ ਰਸਨਾ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜਪੁਰ ਮੈਂ ਗੁਰਪੁਰਖ ਅਗਾਧ। ਨਿਜਪੁਰ ਆਪਣੇ ਨਿਜ ਨਗਰ, ਜਿਸ ਨੂੰ ਸਤਿਗੁਰੂ ਅਮਰਦਾਸ ਜੀ ਨੇ ਆਪ ਵਸਾਇਆ ਹੈ। ਸ੍ਰੀ ਗੋਇੰਦਵਾਲ ਦੇ ਵਿੱਚ ਅਗਾਧ ਪੁਰਖ ਸਤਿਗੁਰੂ ਬਿਰਾਜਮਾਨ ਹਨ। ਵਰਜੀ ਆਦ ਵਿਆਦ ਉਪਾਦ। ਸਤਿਗੁਰਾਂ ਨੇ ਰਹਿਮਤ ਕਰਕੇ ਇਸ ਨਗਰ ਦੇ ਵਿੱਚ ਆਦ ਵਿਆਦ ਉਪਾਦ ਤਿੰਨੇ ਤਾਪ ਜਿਹੜੇ ਨੇ ਉਹ ਵਰਜਿਤ ਕਰ ਰੱਖੇ ਹਨ। ਤਬ ਅਕਬਰ ਦਿੱਲੀ ਤੇ ਆਵਾ। ਇਸੇ ਪ੍ਰਕਾਰ ਅਕਬਰ ਬਾਦਸ਼ਾਹ ਦਿੱਲੀ ਤੋਂ ਆ ਰਿਹਾ ਹੈ। ਸਲਿਤਾ ਉਤਰ ਸਿਵਰ ਨਿਜ ਪਾਵਾ। ਤਾਂ
ਨਦੀ ਬਿਆਸ ਨੂੰ ਪਾਰ ਕਰਕੇ ਗੋਇੰਦਵਾਲ ਸਾਹਿਬ ਵਾਲੇ ਪਾਸੇ ਆ ਕੇ ਆਪਣਾ ਡੇਰਾ ਲਾਉਂਦਾ ਹੈ। ਲਵਪੁਰ ਕੋ ਗਮਨਤ ਤਹ ਰਹਿਓ, ਉਹ ਜੋ ਕਿ ਦਿੱਲੀ ਤੋਂ ਲਾਹੌਰ ਦੇ ਰਸਤੇ ਨੂੰ ਜਾ ਰਿਹਾ ਹੈ। ਨਿਕਟ ਹੋਏ ਗੁਰ ਕੇ ਸਿੱਖ ਕਹਿਓ, ਤਾਂ ਇਸ ਸਥਾਨ ਤੇ ਅਕਬਰ ਨੇ ਆਪਣਾ ਡੇਰਾ ਜਮਾਇਆ। ਇੱਕ ਸਿੱਖ ਨੇ ਨੇੜੇ ਆ ਕੇ ਅਕਬਰ ਨੂੰ ਕੁਝ ਕਹਿਣਾ ਕੀਤਾ ਹੈ। ਹਜ਼ਰਤ ਸੋ ਸਤਿਗੁਰ ਇਸ ਪੁਰ ਹੈ, ਕਹਿਣ ਲੱਗਾ ਕਿ ਹੇ ਬਾਦਸ਼ਾਹ, ਉਹ ਜਿਹੜੇ ਸਤਿਗੁਰੂ ਜੀ ਇਸੇ ਹੀ ਨਗਰ ਵਿੱਚ ਵਸਦੇ ਹਨ, ਜਿਨ ਕੋ ਬਚਨ ਆਪ ਕੋ ਫੁਰ ਹੈ, ਜਿਨ੍ਹਾਂ ਦਾ ਕੀਤਾ ਹੋਇਆ ਬਚਨ ਆਪ ਜੀ ਵਾਸਤੇ ਚੰਗਾ ਸਾਬਤ ਸਿੱਧ ਹੋਇਆ ਹੈ। ਸੁਨ ਅਕਬਰ ਨੇ ਹਿਰਦੇ ਵਿਚਾਰੀ, ਸੁਣ ਕੇ ਅਕਬਰ ਨੇ ਗੱਲ ਹਿਰਦੇ ਵਿੱਚ ਵਿਚਾਰਨਾ ਚੇਤੇ ਕਰਨਾ ਕੀਤੀ ਹੈ। ਗੜ ਚ ਤੋੜ ਕੀ ਬਾਤ ਚਿਤਾਰੀ, ਜੋ ਚਿਤੌੜਗੜ੍ਹ ਦੇ ਕਿਲੇ ਬਾਰੇ, ਉਹਦੀ ਜਿੱਤ ਬਾਰੇ ਸਤਿਗੁਰੂ ਜੀ ਨਾਲ ਵਾਕ ਸਤਿਗੁਰਾਂ ਨੇ ਕੀਤੇ ਸਨ, ਅਕਬਰ ਨੂੰ ਚੇਤੇ ਵਿੱਚ ਆ ਗਏ ਹਨ। ਧਰ ਪ੍ਰਤੀਤ ਦਰਸ਼ਨ ਕੋ ਚਾਹਿਓ, ਤਾਂ ਹਿਰਦੇ ਵਿੱਚ ਸਤਿਗੁਰੂ ਤੇ ਪ੍ਰਤੀਤ ਆਈ ਹੈ, ਪ੍ਰੇਮ ਜਾਗਿਆ ਹੈ, ਦਰਸ਼ਨ ਕਰਨ ਦੀ ਮਨ ਵਿੱਚ ਅਭਿਲਾਸ਼ਾ ਪੈਦਾ ਹੋਈ ਹੈ। ਉੱਤਮ ਲੀਨ ਉਪਾਇ ਨ ਪਾਹਿਓ, ਤਾਂ ਅਕਬਰ ਨੇ ਉੱਤਮ ਨਜ਼ਰਾਨੇ ਜਿਹੜੇ ਨੇ ਆਪਣੇ ਕੋਲ ਇਕੱਠੇ ਕੀਤੇ ਹਨ। ਸੁਧ ਦੇਬੈ ਹਿਤ ਪਠਿਓ ਮੋ ਸਾਹਿਬ, ਤਾਂ ਇੱਕ ਆਪਣਾ ਜਿਹੜਾ ਸੀ ਦਰਬਾਰੀ, ਉਹ ਗੁਰੂ ਘਰ ਵਿੱਚ ਪਹਿਲਾਂ ਖਬਰ ਦੇਣ ਵਾਸਤੇ ਭੇਜਿਆ ਹੈ। ਤੀਰ ਬਾਪਿਕਾ ਬੈਠੇ ਸਾਹਿਬ, ਸਤਿਗੁਰੂ ਅਮਰਦਾਸ ਮਹਾਰਾਜ ਜੀ ਉਸ ਸਮੇਂ ਬੌਲੀ ਸਾਹਿਬ ਦੇ ਨੇੜੇ ਬੈਠੇ ਹੋਏ ਹਨ। ਬੱਲੂ ਬੋਲਿਓ ਬੰਦਤ ਹਾਥ, ਤਾਂ ਭਾਈ ਬੱਲੂ ਨੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਾਤਸ਼ਾਹ ਇਹ ਦਿੱਲੀ ਨਾਥ, ਕਿ ਸਤਿਗੁਰੂ ਜੀ ਦਿੱਲੀ ਦਾ ਬਾਦਸ਼ਾਹ ਅਕਬਰ ਆ ਰਿਹਾ ਹੈ। ਦਰਸ਼ਨ ਕੋ ਆਵਤ ਧਰ ਭਾਊ, ਬਹੁਤ ਭਾਵਨਾ ਕਰਕੇ ਆਪ ਜੀ ਦੇ ਦਰਸ਼ਨਾਂ ਲਈ ਆ ਰਿਹਾ ਹੈ। ਚਾਹੀਏ ਪਾਵਡੇ ਇਸ ਅਗਵਾਊ, ਤੇ ਸਤਿਗੁਰੂ ਜੀ ਕੁਝ ਬਸਤਰ ਚਾਹੀਦੇ ਹਨ ਜੋ ਕਿ ਅੱਗੇ ਜ਼ਮੀਨ ਤੇ ਸਤਿਕਾਰ ਵਜੋਂ ਵਿਛਾਏ ਜਾਣੇ ਹਨ। ਇਮ ਕਹਿ ਆਇਸ ਲੈ ਉਤਲਾਇਵ, ਇਸੇ ਪ੍ਰਕਾਰ ਛੇਤੀ ਨਾਲ ਸਤਿਗੁਰਾਂ ਤੋਂ ਆਗਿਆ ਪਾਈ ਹੈ। ਰੁਚਿਰ ਪਟੰਬਰ ਬਹੁ ਮੰਗਵਾਇਵ, ਤੇ ਬਹੁਤ ਸੋਹਣੇ ਰੇਸ਼ਮੀ ਬਸਤਰ ਜਿਹੜੇ ਹਨ ਉਹ ਮੰਗਵਾ ਲਏ ਹਨ। ਚਲਿਓ ਸਿਵਰ ਤੇ ਅਕਬਰ ਸ਼ਾਹੂ, ਅਕਬਰ ਆਪਣੇ ਤੰਬੂ ਚੋਂ ਨਿਕਲ ਕੇ ਸਤਿਗੁਰਾਂ ਦੇ ਦਰਸ਼ਨਾਂ ਵੱਲ ਨੂੰ ਚੱਲ ਪੈਂਦਾ ਹੈ। ਅਸਵਾਰੀ ਤਜ ਆਦਿਕ ਬਾਹੂ, ਅਕਬਰ ਨੇ ਕੋਈ ਅਸਵਾਰੀ ਘੋੜਾ ਆਦਿਕ ਨਹੀਂ ਲਿਆ, ਤੇ ਆਪਣੇ ਜਿਹੜੇ ਗਨਮੈਨ ਹਨ, ਅੰਗ ਰੱਖਿਅਕ ਸੈਨਾ, ਉਹ ਵੀ ਉੱਥੇ ਹੀ ਰਹਿਣ ਦਿੱਤੀ ਹੈ। ਤਹਤੇ ਕਰੇ ਪਾਵਡੇ ਪਾਵਨ, ਇਸੇ ਪ੍ਰਕਾਰ ਉਹਦੇ ਸਤਿਕਾਰ ਵਾਸਤੇ ਕੀਮਤੀ ਕੱਪੜੇ ਜ਼ਮੀਨ ਤੇ ਵਿਛਾਏ ਗਏ ਹਨ, ਮ੍ਰਿਦੁਲ ਪਟੰਬਰ ਹਿਤ ਸੁਖ ਪਾਵਨ, ਜੋ ਕਿ ਤਾਂ ਕਰਕੇ ਅਕਬਰ ਦੇ ਪੈਰਾਂ ਨੂੰ ਦੁੱਖ ਤਕਲੀਫ ਨਾ ਹੋਵੇ, ਕਿਉਂਕਿ ਆਪਣੇ ਤੰਬੂ ਤੋਂ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬੜੇ ਅਦਬ ਨਾਲ ਨੰਗੇ ਪੈਰੀਂ ਆ ਰਿਹਾ ਹੈ। ਸ਼ੁਭ ਮਤ ਸ਼ਾਹ ਬਿਲੋਕਨ ਕਰਿਓ, ਤਾਂ ਜਿਹੜਾ ਚੰਗੀ ਮੱਤ ਵਾਲਾ ਸ੍ਰੇਸ਼ਟ ਬੁੱਧੀ ਵਾਲਾ ਅਕਬਰ ਹੈ, ਜਦੋਂ ਉਸਨੇ ਕੱਪੜੇ ਵਿਛਾਏ ਹੋਏ ਦੇਖੇ ਹਨ, ਉਪਰ ਭਾਵ ਨਾ ਤਿਸਕੇ ਤਰਿਓ, ਤਾਂ ਉਸਨੇ ਆਪਣੇ ਪੈਰ ਜਿਹੜੇ ਨੇ ਇਹਨਾਂ ਕੱਪੜਿਆਂ ਉੱਪਰ ਨਹੀਂ ਰੱਖੇ ਹਨ, ਨਿਜ ਕਰਤੇ ਉਠਾਏ ਨਿਰਵਾਰੇ, ਆਪਣੇ ਹੱਥ ਨਾਲ ਚੁੱਕ ਕੇ ਪਾਸੇ ਕਰ ਦਿੱਤੇ ਹਨ। ਗਮਨਿਓ ਪਗਨ ਨਮਰਤਾ ਤਾਰੇ, ਤਾਂ ਮਨ ਦੇ ਵਿੱਚ ਬਹੁਤ ਨਿਮਰਤਾ ਧਾਰਨ ਕਰਕੇ ਆ ਰਿਹਾ। ਵੇਖੋ ਸਾਧ ਸੰਗਤ ਕਿੰਨੀ ਅਭਿਲਾਸ਼ਾ ਹੈ, ਦਿੱਲੀ ਦਾ ਸਮਰਾਟ ਹੈ, ਤੇ ਮਨ ਦੇ ਵਿੱਚ ਕਿੰਨੀ ਭਾਵਨਾ ਹੈ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ। ਇਸ ਕਰਕੇ ਗੁਰੂ ਦੇ ਸਿੱਖ ਹੁੰਦਿਆਂ ਹੋਇਆਂ ਸਾਨੂੰ ਵੀ ਸੇਧ ਲੈਣ ਦੀ ਲੋੜ ਹੈ ਕਿ ਜਦੋਂ ਸਤਿਗੁਰੂ ਦੇ ਦਰ ਤੇ ਜਾਣਾ ਹੈ, ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਈ। ਆਪਣਾ ਹੰਕਾਰ ਜਿਹੜਾ ਹੈ ਉਹ ਘਰੇ ਛੱਡ ਕੇ ਜਾਣਾ ਚਾਹੀਦਾ ਹੈ। ਤੇ ਅਸੀਂ ਕੀ ਕਰਦੇ, ਜਦੋਂ ਵਿਆਹ ਸ਼ਾਦੀ ਹੁੰਦਾ ਅਸੀਂ ਘੋੜੀਆਂ ਤੇ ਚੜ੍ਹ ਕੇ ਗੁਰੂ ਘਰ ਆਉਣੇ ਆ, ਬੈਂਡ ਬਾਜੇ ਵਜਾ ਕੇ ਆਉਣੇ ਆ, ਸਿਰ ਤੇ ਫੁਲਕਾਰੀਆਂ ਤਾਣ ਕੇ ਆਉਣੇ ਆ। ਕਦੀ ਅਸੀਂ ਮਨ ਵਿੱਚ ਇਹ ਨਹੀਂ ਵਿਚਾਰ ਕੀਤੀ ਕਿ ਇਸ ਦੇ ਨਾਲ ਕਿ ਗੁਰੂ ਸਾਹਿਬ ਦਾ ਅਦਬ ਤਾਂ ਨਹੀਂ ਘਟ ਰਿਹਾ। ਹਾਂ, ਗੁਰੂ ਦਰਬਾਰ ਤੋਂ ਬਾਹਰ ਜਿੱਥੇ ਜਾ ਕੇ ਅਸੀਂ ਆਪਣੇ ਤੌਰ ਤੇ ਕੋਈ ਕਰਨਾ ਹੈ, ਉਹ ਇੱਕ ਅਲੱਗ ਵਿਸ਼ਾ ਹੈ। ਜਦੋਂ ਸਤਿਗੁਰੂ ਦੇ ਦਰ ਤੇ ਜਾਣਾ ਹੈ ਤਾਂ ਬੜੀ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਹੈ।
ਸ਼੍ਰੀ ਗੁਰ ਕੇ ਸਮੀਪ ਚਲ ਆਇਵ। ਇਸੇ ਪ੍ਰਕਾਰ ਸਤਿਗੁਰਾਂ ਦੇ ਨੇੜੇ ਚੱਲ ਕੇ ਆ ਜਾਂਦਾ ਹੈ। ਅੰਗ ਵਿਭੂਖਨ ਸੰਗ ਸੁਹਾਇਵ। ਤਾਂ ਅਕਬਰ ਦੇ ਸਰੀਰ ਉੱਪਰ ਬੜੇ ਸੁੰਦਰ ਗਹਿਣੇ ਔਰ ਵਸਤਰ ਸ਼ੋਭ ਰਹੇ ਹਨ। ਜਾਤ ਰੂਪ ਕੇ ਜਰਤੀ ਕਰੇ। ਦੋ ਜੜਾਊ ਕੜੇ ਜਿਹੜੇ ਨੇ ਉਹ ਪਹਿਨੇ ਹੋਏ ਹਨ, ਜ਼ਾਹਰ ਜੋਤ ਜਵਾਹਰ ਜਰੇ। ਜਿਨ੍ਹਾਂ ਦੇ ਵਿੱਚ ਬਹੁਤ ਕੀਮਤੀ ਜਵਾਹਰ ਆਦਿਕ ਜੜੇ ਹੋਏ ਹਨ, ਦਮਕਹਿ ਹੀਰਾ ਅਰ ਗਨ ਮੋਤੀ। ਔਰ ਗਲ ਦੇ ਵਿੱਚ ਪਹਿਨੇ ਹੋਏ ਹੀਰੇ ਮੋਤੀ ਚਮਕ ਰਹੇ ਹਨ। ਬਹਿ ਮੋਲੇ ਸ਼ੋਭਾ ਵੱਡ ਹੋਤੀ। ਬਹੁਤ ਕੀਮਤੀ ਜੋ ਅਧਿਕ ਸ਼ੋਭਾ ਵਧਾ ਰਹੇ ਹਨ। ਸੁੰਦਰ ਸੁਖਮ ਵਸਤਰ ਸੁਹਾਵਤ। ਸਰੀਰ ਦੇ ਉੱਪਰ ਬੜੇ ਸੁੰਦਰ ਤੇ ਸੂਖਮ ਵਸਤਰ ਸ਼ੋਭਨੀਕ ਹਨ, ਹੋਤ ਸਤਿਆ ਮਨ ਚਲ ਆਵਤ। ਤੇ ਬੜੇ ਉਸਤਤਵਾਨ ਹੋ ਕੇ ਚੱਲ ਕੇ ਆਏ ਹਨ। ਲਖੋ ਸੀਸ ਨਰਮ ਜਿਸ ਆਗੇ। ਸਤਿਗੁਰੂ ਜੀ ਦੇ ਅੱਗੇ ਆ ਕੇ ਸਿਰ ਝੁਕਾਇਆ ਹੈ। ਮਹਾ ਪ੍ਰੰਤਾਵਤ ਦੁੱਤ ਜਾਗੇ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਕੰਚਨ ਸ਼ਰੀਦਾਰ ਅਗਵਾਉ। ਜਦੋਂ ਅਕਬਰ ਚੱਲ ਕੇ ਆ ਰਿਹਾ ਹੈ ਤਾਂ ਉਸ ਦੇ ਅੱਗੇ ਛੜੀਦਾਰ ਸੋਨੇ ਦੀ ਛੜੀ ਫੜ ਕੇ ਇੱਕ ਚੋਬਦਾਰ ਵੀ ਚੱਲ ਰਿਹਾ ਹੈ, ਹਾਥ ਬੈਤ ਧਾਰੀ ਸਮਦਾਉ। ਜਿਸ ਨੇ ਹੱਥ ਦੇ ਵਿੱਚ ਸੋਟੀ ਫੜੀ ਹੈ, ਔਰ ਨਾਲ ਜਿਹੜੇ ਸੈਨਿਕ ਨੇ ਉਹਨਾਂ ਨੇ ਵੀ ਹੱਥਾਂ ਵਿੱਚ ਸੋਟੀਆਂ ਆਦਿਕ ਫੜੀਆਂ ਹੋਈਆਂ ਹਨ। ਬਸਤਰ ਵਿਭੂਖਨ ਸੁੰਦਰ ਜਿਨਕੇ। ਸਾਰਿਆਂ ਦੇ ਬੜੇ ਸੁੰਦਰ ਵਿਭੂਖਣ ਗਹਿਣੇ ਤੇ ਵਸਤਰ ਪਹਿਨੇ ਹੋਏ ਹਨ। ਚਹੋਂ ਦਿਸ਼ ਢੋਲ ਚਲਤ ਸੰਗ ਤਿਨਕੇ। ਤੇ ਚਾਰੋਂ ਦਿਸ਼ਾ ਦੇਖਦੇ ਹੋਏ ਬੜੇ ਅਦਬ ਨਾਲ ਚੱਲ ਰਹੇ ਹਨ। ਦਰਸ਼ਨ ਕਰਤ ਨਮ ਹੋਏ ਬੈਠੇ। ਬੜੀ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬੈਠ ਜਾਂਦੇ ਹਨ। ਅਦਬ ਕਰੇ ਕਰ ਪਾਦ ਇਕੱਠੇ। ਤੇ ਸਾਰਿਆਂ ਨੇ ਬੈਠ ਕੇ ਬੜੇ ਅਦਬ ਦੇ ਨਾਲ ਚੌਂਕੜੇ ਮਾਰ ਕੇ ਆਪਣੇ ਪੈਰ ਇਕੱਠੇ ਕਰ ਲਏ ਹਨ। ਕੁਸ਼ਲ ਪ੍ਰਸ਼ਨ ਕਰ ਆਪਸ ਵਿਖੈ। ਸਤਿਗੁਰੂ ਜੀ ਨੇ ਤੇ ਅਕਬਰ ਬਾਦਸ਼ਾਹ ਨੇ ਇੱਕ ਦੂਸਰੇ ਦੀ ਸੁਖ ਸਾਂਦ ਪੁੱਛੀ ਹੈ। ਪ੍ਰੇਮ ਕਰੇ ਗੁਰਦਰਸ਼ਨ ਪਿਖੈ। ਬੜੇ ਪ੍ਰੇਮ ਦੇ ਨਾਲ ਅਕਬਰ ਨੇ ਸਤਿਗੁਰੂ ਦੇ ਦੀਦਾਰ ਪਾਏ ਹਨ। ਨਹੀਂ ਦੇਗ ਤੇ ਅਚਿਓ ਆਹਾਰਾ। ਗੁਰੂ ਕੇ ਲੰਗਰ ਵਿੱਚੋਂ ਇਸ ਨੇ ਭੋਜਨ ਨਹੀਂ ਛਕਿਆ ਹੈ। ਇਹੀ ਨੇਮ ਗੁਰ ਹਿਰਦੇ ਚਿਤਾਰਾ। ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਇਹ ਵਿਚਾਰਿਆ ਹੈ ਕਿ ਜੋ ਕਿਉਂਕਿ ਗੁਰੂ ਅੰਗਦ ਦੇ ਗੁਰੂ ਅਮਰਦਾਸ ਜੀ ਦਾ ਹੁਕਮ ਹੈ, ਪਹਿਲੇ ਪੰਗਤ ਪਾਛੇ ਸੰਗਤ। ਤੇ ਸਤਿਗੁਰੂ ਜੀ ਨੇ ਇਹ ਗੱਲ ਆਪਣੇ ਮਨ ਵਿੱਚ ਵਿਚਾਰਨਾ ਕੀਤੀ ਹੈ ਕਿ ਅਕਬਰ ਨੇ ਸਿੱਧੇ ਆ ਕੇ ਦਰਸ਼ਨ ਤਾਂ ਕਰ ਲਏ ਹਨ, ਪਰ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਅਜੇ ਛਕਿਆ ਹੈ। ਤੂਰਨ ਅਕਬਰ ਕੋ ਮਨ ਪ੍ਰੇਰਾ। ਤਾਂ ਸਤਿਗੁਰੂ ਜੀ ਨੇ ਆਪ ਹੀ ਅਕਬਰ ਦੇ ਮਨ ਵਿੱਚ ਐਸੀ ਪ੍ਰੇਰਨਾ ਜਗਾਈ ਹੈ। ਹਾਥ ਜੋਰ ਬੋਲਿਓ ਤਿਸ ਬੇਰਾ। ਅਕਬਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ, ਗੁਰ ਸਾਹਿਬ ਕਿਆ ਖਾਣਾ ਖਾਵੋ। ਸਤਿਗੁਰੂ ਜੀ ਦਾ ਚਮਕਦਾ ਹੋਇਆ ਚਿਹਰਾ ਸ਼ਾਹੀ ਜਲਾਲ ਬੰਦਗੀ ਦਾ ਪ੍ਰਤਾਪ ਦੇਖ ਕੇ ਪੁੱਛਦਾ ਹੈ ਕਿ ਸਤਿਗੁਰੂ ਜੀ ਆਪ ਕਿਸ ਤਰ੍ਹਾਂ ਦਾ ਭੋਜਨ ਛਕਦੇ ਹੋ, ਕਿਸ ਮਹਿ ਰੁਚ ਚਿਤ ਤੇ ਉਪਜਾਵ। ਤੇ ਤੁਹਾਡੇ ਚਿੱਤ ਵਿੱਚ ਕਿਸ ਤਰ੍ਹਾਂ ਦੀ ਰੁਚੀ ਹੈ, ਕਿਸ ਤਰ੍ਹਾਂ ਦਾ ਭੋਜਨ ਛਕਦੇ ਹੋ। ਸਤਿਗੁਰ ਕਹਿਓ ਸੋ ਚਿਤ ਰੁਚ ਊਨਾ। ਸਤਿਗੁਰੂ ਕਹਿਣ ਲੱਗੇ ਕਿ ਸਾਡਾ ਚਿੱਤ ਜਿਹੜਾ ਹੈ ਉਹ ਰੁਚੀ ਤੋਂ ਜੀਵ ਦੇ ਰਸਾਂ ਤੋਂ ਊਣਾ ਵਿਹੂਣਾ ਹੈ। ਹੋਤ ਓਗਰਾ ਲਵਨ ਬਿਹੂਨਾ। ਅਸੀਂ ਤਾਂ ਕੇਵਲ ਲੂਣ ਵਾਲਾ ਜਿਹੜਾ ਹੈ, ਲੂਣ ਤੋਂ ਰਹਿਤ ਦਲੀਆ ਹੀ ਛਕਦੇ ਹਾਂ। ਤਿਸ ਕੋ ਏਕ ਬਾਰ ਕਰ ਖਾਵਨ। ਉਸ ਨੂੰ ਅਸੀਂ ਕੇਵਲ 24 ਘੰਟਿਆਂ ਵਿੱਚ 8 ਪਹਿਰਾਂ ਵਿੱਚ ਇੱਕ ਵਾਰ ਛਕਦੇ ਹਾਂ। ਅਸ਼ਟ ਜਾਮ ਲਗ ਹੋਏ ਤ੍ਰਿਪਤਾਵਨ। ਤੇ 8 ਪਹਿਰ ਜਿਹੜਾ ਹੈ ਉਹ ਅਸੀਂ ਇਸੇ ਪ੍ਰਕਾਰ ਤ੍ਰਿਪਤ ਰਹਿੰਦੇ ਹਾਂ। ਸੁਨ ਸੁਲਤਾਨ ਬਿਸਮਤਾ ਪਾਇਵ। ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਹੈ। ਬ੍ਰਿਧ ਦੇਹ ਨਹਿ ਓਜ ਰਹਾਇਵ। ਸੋਚਦਾ ਹੈ ਕਿ ਸਰੀਰ ਬਿਰਧ ਹੈ, ਪਰ ਦੇਹ ਜਿਹੜੀ ਹੈ ਬੜੀ ਤੰਦਰੁਸਤ ਹੈ। ਬਾਹਰ ਨਿਬਲ ਹੀ ਕਰਤ ਆਹਾਰਾ। ਤੇ ਜਿਹੜਾ ਭੋਜਨ ਛਕਦੇ ਨੇ ਉਹ ਵੀ ਕੋਈ ਬਹੁਤਾ ਤਾਕਤਵਰ ਨਹੀਂ ਹੈ। ਕ੍ਰਾਂਤਵੰਤ ਤਨ ਸ਼ੁਭਦ ਉਦਾਰਾ। ਪਰ ਗੁਰੂ ਸਾਹਿਬ ਦਾ ਸਰੀਰ ਬੜਾ ਤਾਕਤਵਰ ਤੇ ਰਿਸ਼ਟ ਪੁਸ਼ਟ ਨਜ਼ਰ ਆ ਰਿਹਾ ਹੈ। ਕਰ ਜੋਰਤ ਕਹਿ ਮਿਹਰ ਕਰੀਜੈ। ਕਹਿਣ ਲੱਗਾ ਸੱਚੇ ਪਾਤਸ਼ਾਹ ਜੋ ਆਪ ਜੀ ਛਕਦੇ ਹੋ ਮੇਰੇ ਤੇ ਵੀ ਮਿਹਰ ਕਰਨਾ ਕਰੋ। ਵਹੀ ਤਵਰਕ ਮੁਝ ਕੋ ਦੀਜੈ। ਐਸੀ ਬਰਕਤ ਵਾਲਾ ਜਿਹੜਾ ਭੋਜਨ
ਭੋਜਨ ਹੈ ਉਹ ਮੈਨੂੰ ਵੀ ਬਖਸ਼ਿਸ਼ ਕਰਨਾ ਕਰੋ। ਤੁਮ ਖੁਦਾਈ ਕੀ ਜਾਤ ਸੁਜਾਨੇ, हे ਸਤਿਗੁਰੂ ਜੀ ਤੁਸੀਂ ਅੱਲਾ ਦੇ ਪਿਆਰੇ ਖੁਦਾ ਦੀ ਜਾਤ ਹੋ। ਫੁਰਹੇ ਸਰਾਪ ਬਰ ਜਥਾ ਬਖਾਨੇ, ਤੁਹਾਡੇ ਮੁਖ ਤੋਂ ਕਹੇ ਹੋਏ ਬਚਨ ਵਾਰ ਸਰਾਪ ਜਿਹੜੇ ਨੇ ਉਹ ਸੱਚੇ ਹੋ ਜਾਂਦੇ ਹਨ। ਦਰਸ਼ਨ ਪਾਏ ਭਇਓ ਮੈਂ ਧਨ, ਮੈਂ ਆਪ ਜੀ ਦੇ ਦਰਸ਼ਨ ਕਰਕੇ ਧੰਨ ਹੋ ਗਿਆ ਹਾਂ। ਦੇਹੋ ਤਵਰਕ ਹੋ ਪ੍ਰਸੰਨ, ਤੇ ਐਸੀ ਕਿਰਪਾ ਕਰੋ ਮੈਨੂੰ ਇਹ ਭੋਜਨ ਛਕਾਓ, ਇਹ ਆਪਣਾ ਸੀਤ ਪ੍ਰਸ਼ਾਦ ਬਰਕਤ ਵਾਲਾ ਜੋ ਹੈ ਉਹ ਛਕਾਉਣਾ ਕਰੋ। ਬਿਨੈ ਪ੍ਰੇਮ ਜਾਚਨਾ ਜਾਨੀ, ਇਸ ਪ੍ਰਕਾਰ ਸਤਿਗੁਰੂ ਜੀ ਨੇ ਜਦੋਂ ਜਾਣਿਆ ਕਿ ਹਿਰਦੇ ਤੋਂ ਪ੍ਰੇਮ ਕਰਕੇ ਜਾਚਨਾ ਮੰਗ ਕਰ ਰਿਹਾ ਹੈ, ਸੁਨ ਕਿਰਪਾਲ ਮੁਖ ਮਧੁਰ ਬਖਾਨੀ, ਤਾਂ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਆਖੇ ਹਨ। ਬੱਲੂ ਹਮਰੋ ਹੈ ਜੋ ਆਹਾਰਾ, ਕਹਿਣ ਲੱਗੇ ਕਿ ਬੱਲੂ ਜੋ ਸਾਡੇ ਵਾਸਤੇ ਤੁਸੀਂ ਆਹਾਰ ਭੋਜਨ ਤਿਆਰ ਕੀਤਾ ਹੈ, ਆਨ ਹੋ ਜਾਏ ਸੋ ਬਨਿਓ ਜੇ ਤਿਆਰਾ, ਜੇ ਤਿਆਰ ਹੈ ਤਾਂ ਜਾ ਕੇ ਲੈ ਕੇ ਆਉਣਾ ਕਰੋ। ਗਮਨਿਓ ਸ਼ਿਗਰ ਥਾਰ ਪਰ ਆਨਾ, ਤਾਂ ਬੱਲੂ ਸਤਿਗੁਰਾਂ ਦਾ ਹੁਕਮ ਮੰਨ ਕੇ ਬਹੁਤ ਜਲਦੀ ਥਾਲ ਭਰ ਕੇ ਲੈ ਆਉਂਦਾ ਹੈ ਧਰਿਓ ਸ਼ਾਹ ਕੇ ਅਗਰ ਅਖਾਨਾ, ਤੇ ਲਿਆ ਕੇ ਬਾਦਸ਼ਾਹ ਅਕਬਰ ਦੇ ਅੱਗੇ ਰੱਖ ਦਿੰਦਾ ਹੈ। ਕਰ ਪਖਾਰ ਮੁਖ ਪਾਇਸ ਗਰਾਸਾ, ਹੁਣ ਅਕਬਰ ਬਾਦਸ਼ਾਹ ਨੇ ਹੱਥ ਧੋ ਕੇ ਇੱਕ ਗਰਾਹੀ ਜਿਹੜੀ ਹੈ ਉਸ ਦਲੀਏ ਦੇ ਵਿੱਚੋਂ ਆਪਣੇ ਮੁਖ ਵਿੱਚ ਪਾਈ ਹੈ, ਸਵਾਦ ਜਾਇਬ ਜਾਨ ਵਿਕਾਸਾ, ਤਾਂ ਐਸਾ ਸਵਾਦ ਆਇਆ ਹੈ ਕਿ ਮਨ ਖਿੜ ਜਾਂਦਾ ਹੈ। ਜਿਤ ਕਮਧੁਰਤਾ ਉਤਮ ਹੈ, ਜਿਸ ਪ੍ਰਕਾਰ ਦਾ ਉੱਤਮ ਭੋਜਨ ਰਸ ਆਇਆ ਹੈ, ਪ੍ਰਥਮ ਕਵਰ ਮਹਿ ਸਾਧ ਸੁਲ ਹੈ, ਇਸ ਪ੍ਰਕਾਰ ਦਾ ਸਵਾਦ ਇਸ ਪ੍ਰਕਾਰ ਦਾ ਰਸ ਜਿਹੜਾ ਹੈ ਅਕਬਰ ਨੂੰ ਅਜੇ ਤੱਕ ਕਿਤੋਂ ਵੀ ਪ੍ਰਾਪਤ ਨਹੀਂ ਹੋਇਆ ਹੈ। ਰੁਚ ਜਾਗੀ ਤਬ ਦੂਸਰ ਖਾਵਾ, ਜਦੋਂ ਰੁਚੀ ਜਾਗੀ ਹੈ ਤਾਂ ਦੂਸਰੀ ਗਰਾਈ ਫਿਰ ਮੂੰਹ ਵਿੱਚ ਪਾਈ ਹੈ। ਤੁਰਸ਼ ਸਵਾਦ ਉਤਮ ਕੋ ਪਾਵਾ, ਪਹਿਲੀ ਗਰਾਈ ਵਿੱਚੋਂ ਮਿੱਠੇ ਦਾ ਸਵਾਦ ਆਇਆ ਹੈ, ਦੂਜੀ ਗਰਾਈ ਪਾਉਂਦਾ ਹੈ ਤਾਂ ਉਸੇ ਦਲੀਏ ਵਿੱਚੋਂ ਖੱਟੇ ਦਾ ਸਵਾਦ ਆਉਂਦਾ ਹੈ। ਬਿਸਮਿਓ ਸ਼ਾਹ ਕਹਾ ਜਹ ਬਾਤ, ਅਕਬਰ ਜਿਹੜਾ ਹੈ ਬੜਾ ਹੈਰਾਨ ਹੋ ਜਾਂਦਾ ਹੈ, ਦੁਤਿਓ ਰਸ ਹੋਇ ਸਕਿਤ ਪਾਂਤ, ਸੋਚਦਾ ਹੈ ਕਿ ਕੀ ਕਾਰਨ ਹੈ ਕਿ ਪਹਿਲੀ ਗਰਾਈ ਵਿੱਚੋਂ ਮਿੱਠੇ ਦਾ ਸਵਾਦ ਆਇਆ ਹੈ, ਦਲੀਆ ਉਹੀ ਹੈ, ਦੂਸਰੀ ਗਰਾਈ ਮੂੰਹ ਵਿੱਚ ਪਾਈ ਹੈ ਤਾਂ ਇਹਦੇ ਵਿੱਚੋਂ ਖੱਟਾ ਰਸ ਆ ਰਿਹਾ ਹੈ। ਬਹੁਰ ਤੀਸਰੋ ਪਾਇਸ ਕੌਰ, ਫਿਰ ਉਹ ਆਪਣੇ ਮੁਖ ਵਿੱਚ ਤੀਸਰੀ ਗਰਾਈ ਪਾਉਂਦਾ ਹੈ, ਸਵਾਦ ਸਲਵਨ ਪਾਏ ਤਬ ਔਰ, ਤਾਂ ਤੀਸਰੀ ਗਰਾਈ ਦੇ ਵਿੱਚੋਂ ਤੀਸਰੀ ਬੁਰਕੀ ਦੇ ਵਿੱਚੋਂ ਸਲੂਣਾ ਸਵਾਦ ਲੂਣ ਵਾਲਾ ਸਵਾਦ ਆਇਆ ਹੈ। ਚਤੁਰਥ ਮਹਿ ਪਾਇਸ ਕਹੋ ਪਾਇਸ, ਇਸੇ ਪ੍ਰਕਾਰ ਚੌਥੀ ਗਰਾਈ ਜਦੋਂ ਆਪਣੇ ਮੁਖ ਵਿੱਚ ਪਾਉਂਦਾ ਹੈ ਜਿਉ ਜਿਉ ਅਚ ਤਿਉ ਤਿਉ ਬਿਸਮਾਇਸ, ਤਾਂ ਚੌਥੀ ਗਰਾਈ ਵਿੱਚੋਂ ਖੀਰ ਦਾ ਸਵਾਦ ਆਇਆ ਹੈ, ਜਿਵੇਂ ਜਿਵੇਂ ਛਕਦਾ ਹੈ ਤਿਵੇਂ ਤਿਵੇਂ ਮਨ ਵਿਸਮਾਦ ਵਿੱਚ ਜਾ ਰਿਹਾ ਹੈ। ਖਟ ਰਸ ਕੇ ਸ਼ੁਭ ਸਵਾਦ ਜੇ ਹੋਏ, ਇਸ ਪ੍ਰਕਾਰ ਜਿੰਨੇ ਵੀ 6 ਪ੍ਰਕਾਰ ਦੇ ਰਸ ਹਨ, ਅਚਤ ਸ਼ਾਹ ਨੇ ਲੀਨੇ ਸੋਏ, 6 ਦੇ 6 ਰਸ ਹੀ ਅਕਬਰ ਬਾਦਸ਼ਾਹ ਨੂੰ ਇਸ ਓਗਰੇ ਦਲੀਏ ਵਿੱਚੋਂ ਆਏ ਹਨ, ਕਿਉਂਕਿ ਸਾਧ ਸੰਗਤ ਤੇ ਗੁਰੂ ਦੀ ਰਹਿਮਤ ਹੈ। ਇਤਿਹਾਸ ਕਹਿੰਦਾ ਹੈ ਕਿ ਓਗਰਾ 7 ਪ੍ਰਕਾਰ ਦੇ ਅਨਾਜ ਮਿਲਾ ਕੇ ਅਲੂਣਾ ਦਲੀਆ ਜਿਹੜਾ ਸੀ ਉਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਛਕਦੇ ਸਨ। ਬਾਣੀ ਦੇ ਵਿੱਚੋਂ ਆਪਾਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਦੇ ਹਾਂ, ਸੇਵ ਕੀਤੀ ਸੰਤੋਖ ਜਿਨੇ ਸੱਚੋ ਸੱਚ ਧਿਆਇਆ, ਉਹਨੇ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵਹਿ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਕਿਉਂਕਿ ਮੁਰਦਾ ਹੋਏ ਮੁਰੀਦ ਬਣ ਕੇ ਸਤਿਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਮਾਈ ਹੈ, ਤੇ ਜਦੋਂ ਮੁਰੀਦ ਸੇਵਾ ਕਮਾਉਂਦਾ ਹੈ ਨਾ, ਉਦੋਂ ਸਾਧ ਸੰਗਤ ਬਿਰਤੀ ਜਦੋਂ ਜੁੜਦੀ ਹੈ ਮਾਲਕ ਦੇ ਨਾਮ ਵਿੱਚ, ਤੇ ਫਿਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਆਪਣੇ ਆਪ ਦੀ ਸੁੱਧ ਜਿਹੜੀ ਉਹ ਭੁੱਲ ਜਾਂਦੀ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ,
ਸੇਵਕ ਹੋਏ ਸਜੀਦ ਨ ਹਸਨ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁਗ ਖਲੋਵਣਾ। ਆਪਣੇ ਆਪ ਦੀ ਸੁੱਧ ਭੁੱਲ ਜਾਂਦੀ ਹੈ ਤੇ ਨਾਮ ਦੇ ਰਸੀਆਂ ਨੂੰ ਅਸਲ ਰਸ ਜਿਹੜਾ ਹੈ ਨਾ ਉਹ ਆਪਣੇ ਅੰਦਰੋਂ ਹੀ ਆਉਂਦਾ ਹੈ। ਜਿਹੜਾ ਨਾਮ ਦਾ ਰਸ ਹੈ, ਆਪਾਂ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਪੜ੍ਹਦੇ ਹਾਂ ਕਿ ਜੋ ਦੁਨੀਆ ਦੇ ਰਸ ਨੇ ਸਭ ਤੋਂ ਮਿੱਠਾ ਰਸ ਪਰਮੇਸ਼ਰ ਦੇ ਨਾਮ ਦਾ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁਧ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਕੇ ਖਾਲਸੇ ਜੰਗਲਾਂ ਬੇਲਿਆਂ ਦੇ ਵਿੱਚ ਦਰਖਤਾਂ ਦੇ ਪੱਤਿਆਂ ਨੂੰ ਛਕ ਜਾਇਆ ਕਰਦੇ ਸਨ। ਛੋਲਿਆਂ ਨੂੰ ਬਦਾਮ ਕਹਿ ਕੇ ਖਾਂਦੇ ਸਨ, ਬਦਾਮਾਂ ਦਾ ਰਸ ਮਾਣਦੇ ਸਨ, ਕਿਉਂਕਿ ਜਿੰਨੇ ਰਸ ਨੇ ਸਾਰੇ ਦੇ ਸਾਰੇ ਇਸ ਦੇਹੀ ਦੇ ਅੰਦਰ ਨੇ, ਸਰੀਰ ਦੇ ਅੰਦਰ ਨੇ। ਬਾਹਰੋਂ ਜਦੋਂ ਅਸੀਂ ਕੋਈ ਪਦਾਰਥ ਛਕਦੇ ਉਹ ਤਾਂ ਜ਼ਰੀਆ ਬਣਦਾ ਏ, ਤੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਸਾਰੇ ਰਸ ਨਾਮ ਦੀ ਸ਼ਕਤੀ ਨਾਲ ਆਪਣੇ ਅੰਦਰੋਂ ਹੀ ਪੈਦਾ ਕਰ ਲੈਂਦੇ ਹਨ। ਇਵੇਂ ਸਤਿਗੁਰੂ ਜੀ ਦਾ ਸੀਤ ਪ੍ਰਸ਼ਾਦ ਪਾ ਕੇ ਅਕਬਰ ਬਾਦਸ਼ਾਹ ਨੂੰ ਇੱਕ ਅਨੋਖਾ ਰਸ, ਇੱਕ ਅਨੋਖਾ ਆਨੰਦ ਪ੍ਰਾਪਤ ਹੋਇਆ ਹੈ। ਜਨਮ ਧਾਰ ਜੋ ਸਵਾਦ ਨਾ ਪਾਇਓ, ਜਿਹੜਾ ਜਨਮ ਤੋਂ ਲੈ ਕੇ ਬਾਦਸ਼ਾਹ ਦਾ ਪੁੱਤਰ ਹੋਣ ਦੇ ਨਾਤੇ ਸ਼ਾਹੀ ਖਾਣਿਆਂ ਦੇ ਵਿੱਚੋਂ ਇਹਨੇ ਸਵਾਦ ਪ੍ਰਾਪਤ ਨਹੀਂ ਕੀਤਾ ਹੈ। ਲਵਨ ਵਿਹੀਨ ਓਗਰੋ ਖਾਇਓ, ਸਤਿਗੁਰੂ ਦੇ ਦਰ ਤੇ ਆ ਕੇ ਲੂਣ ਤੋਂ ਵਿਹੂਣੇ ਦਲੀਏ ਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ ਹੈ। ਤ੍ਰਿਪਤ ਸ਼ਾਹਕਾਰ ਬਹੁਰ ਪਖਾਰੇ, ਇਸੇ ਪ੍ਰਕਾਰ ਬਾਦਸ਼ਾਹ ਅਕਬਰ ਭੋਜਨ ਛਕ ਕੇ ਤ੍ਰਿਪਤ ਹੋਇਆ ਹੈ ਤੇ ਆਪਣੇ ਹੱਥ ਧੋਤੇ ਹਨ। ਬਿਸਮਤ ਹੋਏ ਕਰ ਜੋਰ ਉਚਾਰੇ, ਵਿਸਮਾਦੀ ਹੋ ਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ। ਸਿਫਤ ਆਪ ਕੀ ਕਹੀ ਨਾ ਜਾਏ, ਇਹ ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਸਿਫਤ ਮਹਿਮਾ ਜਿਹੜੀ ਹੈ ਕਹਿਣ ਕਥਨ ਤੋਂ ਬਾਹਰੀ ਹੈ। ਆਰਫ ਕਾਮਲ ਸਭ ਸੁਖ ਦਾਏ, ਆਪ ਜੀ ਕਾਮਲ ਮੁਰਸ਼ਦ ਹੋ, ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ ਹੋ। ਜੇਕਰ ਮੇਰੇ ਪਰ ਅਨੁਕੂਲ, ਜੇ ਗੱਲ ਮੇਰੇ ਅਨੁਕੂਲ ਭਾਵ ਜੋ ਮੈਂ ਇੱਛਾ ਧਾਰਨ ਕਰਕੇ ਚਾਹੁੰਦਾ ਹਾਂ, ਹਰਖ ਦੇਹੋ ਕੁਛ ਕਰੋ ਕਬੂਲ, ਜੇ ਆਪ ਖੁਸ਼ ਹੋ ਤਾਂ ਮੇਰੀ ਭੇਟਾ ਨੂੰ ਕਬੂਲ ਕਰਨਾ ਕਰੋ। ਜੋ ਸੇਵਾ ਤੁਮਰੀ ਹੋਏ ਜਾਏ, ਜੇ ਮੈਂ ਚਾਹੁੰਦਾ ਹਾਂ ਸੱਚੇ ਦਿਲੋਂ ਕਿ ਮੈਂ ਤੁਹਾਡੀ ਸੇਵਾ ਕਰ ਲਵਾਂਗਾ ਬਨਹੋ ਸਫਲ ਸ਼ਾਂਤੀ ਮੁਝ ਆਏ, ਤੇ ਮੇਰਾ ਮਨ ਸ਼ਾਂਤ ਹੋ ਜਾਵੇਗਾ ਤੇ ਮੇਰਾ ਜੀਵਨ ਸਫਲ ਹੋ ਜਾਵੇਗਾ। ਵਿਕਸ ਪ੍ਰਭੂ ਮੁਖਤਾ ਸੋ ਕਹੀ, ਸਤਿਗੁਰੂ ਜੀ ਨੇ ਖਿੜਿਆ ਹੋਇਆ ਚਿਹਰਾ ਦੇਖ ਕੇ ਆਖਣਾ ਕੀਤਾ ਹੈ। ਕਿਸੂ ਬਸਤ ਕੀ ਖਵਾਸ਼ ਨਾ ਰਹੀ, ਕਹਿਣ ਲੱਗੇ ਕਿ ਬਾਦਸ਼ਾਹ ਅਕਬਰ, ਸਾਨੂੰ ਕਿਸੇ ਵੀ ਵਸਤੂ ਦੀ ਅਭਿਲਾਸ਼ਾ ਇੱਛਾ ਨਹੀਂ ਹੈ। ਦੀਏ ਗੁਰੂ ਨੇ ਅਤੁੱਟ ਭੰਡਾਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸਾਨੂੰ ਅਖੁੱਟ ਭੰਡਾਰੇ ਬਖਸ਼ਿਸ਼ ਕੀਤੇ ਹਨ। ਖਰਚਤ ਖਾਵਤ ਪਾਏ ਨਾ ਪਾਰੂ, ਅਸੀਂ ਰਲ ਮਿਲ ਕੇ ਛਕਦੇ ਹਾਂ, ਪਰ ਇਹਦਾ ਕੋਈ ਪਾਰਾਵਾਰ ਨਹੀਂ, ਇਹ ਭੰਡਾਰੇ ਮੁੱਕਣ ਵਾਲੇ ਨਹੀਂ ਹਨ। ਕਿਉਂਕਿ ਬਾਣੀ 'ਚੋਂ ਆਪਾਂ ਪੜ੍ਹਦੇ ਹਾਂ ਨਾ, ਦੱਦਾ ਦਾਤਾ ਏਕ ਹੈ, ਸਭ ਕਉ ਦੇਵਨ ਹਾਰ, ਦੇਂਦੇ ਟੋਟ ਨਾ ਆਵੇ, ਅਗਣਤ ਭਰੇ ਭੰਡਾਰ। ਉਸ ਮਾਲਕ ਦੇ ਭੰਡਾਰੇ ਜਿਹੜੇ ਨੇ ਸਾਧ ਸੰਗਤ ਅਗਣਤ ਨੇ, ਤੇ ਉਹ ਭੰਡਾਰੇ ਕੇਵਲ ਇੱਕ ਥਾਂ ਤੇ ਨਹੀਂ, ਹਰ ਥਾਂ ਤੇ ਨੇ, ਤੇ ਹਰ ਲੋਕ ਦੇ ਵਿੱਚ ਉਸ ਮਾਲਕ ਦਾ ਨਿਵਾਸ ਹੈ। ਆਸਣ ਲੋਏ ਲੋਏ ਭੰਡਾਰ, ਉਹਨਾਂ ਭੰਡਾਰਿਆਂ ਵਿੱਚ ਜੋ ਪਦਾਰਥ ਪਾਏ ਨੇ ਉਹ ਮੁੱਕਦੇ ਨਹੀਂ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੇ ਵਾਰ ਹੀ ਉਹਨੇ ਸਾਰਾ ਕੁਝ ਪਾ ਦਿੱਤਾ ਹੈ। ਜੀਵ ਮੰਗਦੇ ਨੇ, ਖਾਈ ਜਾ ਰਹੇ ਨੇ, ਦਿਨ ਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੀ। ਜੁਗਾਂ ਤੋਂ ਲੈ ਕੇ ਜੀਵ ਖਾਂਦੇ ਆ ਰਹੇ ਨੇ, ਪਰ ਉਸ ਮਾਲਕ ਦਾ ਜਿਹੜਾ ਭੰਡਾਰਾ ਹੈ ਨਖੁੱਟਦਾ ਨਹੀਂ ਹੈ, ਮੁੱਕਦਾ ਨਹੀਂ ਹੈ। ਸ਼ਾਹ ਸਹਿਤ ਉਮਰਾਵਨ ਫੇਰ, ਇਸੇ ਪ੍ਰਕਾਰ ਬਾਦਸ਼ਾਹ ਦੇ ਨਾਲ ਜਿੰਨੇ ਦਰਬਾਰੀ ਨੇ ਉਹਨਾਂ ਨੇ ਵੀ ਬੇਨਤੀ ਕੀਤੀ ਹੈ। ਬੇਰ ਬੇਰ ਕਹਿ ਕਰੋ ਨਾ ਫੇਰ, ਵਾਰ-ਵਾਰ ਕਹਿਣ ਲੱਗੇ ਸਤਿਗੁਰੂ ਜੀ ਨਹੀਂ, ਸਾਡੀ ਬੇਨਤੀ ਪ੍ਰਵਾਨ ਕਰੋ, ਇਸ ਗੱਲ ਨੂੰ ਮੋੜਨਾ ਨਾ ਕਰੋ। ਕਿਤਕ ਗ੍ਰਾਮ ਕੋ ਪਟਾ ਲਖਾਇਵ, ਕੁਝ ਕੁ ਪਿੰਡਾਂ ਦਾ ਇੱਕ ਪਟਾ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰੀਆਂ ਤੋਂ ਲਿਖਵਾਇਆ
ਕੀਤਾ ਹੈ। ਸ੍ਰੀ ਸਤਿਗੁਰ ਕੇ ਚਰਨ ਚੜਾਇਵ, ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਰੱਖ ਕੇ ਨਮਸਕਾਰ ਕਰ ਦਿੱਤੀ ਹੈ। ਇਹ ਸਭ ਨਿਰਣੈ ਆਗੈ ਕਰ ਹੈ। ਕਵੀ ਜੀ ਕਹਿੰਦੇ ਇਸ ਗੱਲ ਦਾ ਨਿਰਣਾ ਹੁਣ ਅਸੀਂ ਅਗਲੇ ਪ੍ਰਸੰਗ ਵਿੱਚ ਕਰਦੇ ਹਾਂ, ਜਹਾਂ ਸੁਦਾਸਰ ਕਥਾ ਉਚਰ ਹੈ। ਜਿੱਥੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਾ ਕੇ ਕਥਾ ਉਚਾਰਨ ਕੀਤੀ ਜਾਵੇਗੀ। ਦੇ ਕਰ ਗਇਓ ਗ੍ਰਾਮ ਸੁਲਤਾਨ, ਇਸੇ ਪ੍ਰਕਾਰ ਬਾਦਸ਼ਾਹ ਅਕਬਰ ਕਈ ਪਿੰਡਾਂ ਦਾ ਪਤਾ ਲਿਖ ਕੇ ਦੇ ਗਿਆ ਹੈ। ਬੈਠੇ ਸ਼ੋਭਤ ਗੁਰ ਭਗਵਾਨ, ਸਤਿਗੁਰੂ ਗੁਰੂ ਭਗਵਾਨ ਇਸੇ ਪ੍ਰਕਾਰ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਸ਼ੋਭਨੀਕ ਹਨ। ਦੋਹਰਾ ਰਾਮਦਾਸ ਹਿਤ ਗ੍ਰਾਮ ਸਭ, ਲੀਨ ਗੁਰੂ ਮਹਾਰਾਜ। ਸਤਿਗੁਰੂ ਅੰਤਰਜਾਮੀ ਨੇ ਜਾਣਦੇ ਨੇ ਕਿ ਸ੍ਰੀ ਰਾਮਦਾਸਪੁਰ ਨਗਰ ਵਸਾਉਣਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਗੱਲ ਜਿਹੜੀ ਹੈ ਅਕਬਰ ਦੀ ਪ੍ਰਵਾਨ ਕੀਤੀ ਹੈ, ਕਿਉਂਕਿ ਸਾਧ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਰਾਮਦਾਸਪੁਰ ਨਗਰ ਦੀ ਜਿਹੜੀ ਮੋਹੜੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਗੱਡੀ ਹੈ। ਹੁਕਮ ਕੀਤਾ ਹੈ ਗੁਰੂ ਰਾਮਦਾਸ ਜੀ ਨੂੰ ਕਿ ਇੱਥੇ ਨਗਰ ਵਸਾਉਣਾ ਹੈ। ਬਾਣੀ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਜਾਂਦੇ ਨੇ ਤਾਂ ਉੱਥੇ ਦੇ ਲੋਕਾਂ ਦਾ ਘਟੀਆ ਜੀਵਨ ਦੇਖ ਕੇ, ਨਸ਼ਿਆਂ ਵਿੱਚ, ਸ਼ਰਾਬਾਂ ਮਾਸ ਦੇ ਵਿੱਚ ਲੋਕਾਂ ਨੂੰ ਗਲਤਾਨ ਹੋਇਆ ਵੇਖ ਕੇ ਵੇਖਿਆ ਦਿਨ ਦੇ 11 ਵਜੇ ਤੱਕ ਕਿੱਥੇ ਮਾਸ ਦੀ ਮੰਡੀ ਲੱਗਦੀ ਹੈ। ਲੋਕਾਂ ਦੀ ਰੁਚੀ ਨਸ਼ੇ ਪੀਣ ਤੇ ਸ਼ਰਾਬਾਂ ਮਾਸ ਦੇ ਵਿੱਚ ਹੀ ਹੈ। ਇੱਥੇ ਕੋਈ ਰੱਬ ਦੀ ਖੁਦਾ ਦੀ ਬੰਦਗੀ ਕਰਨ ਵਾਲਾ ਨਹੀਂ। ਸਤਿਗੁਰੂ ਨੇ ਕਿਹਾ ਜਿਹੜਾ ਸ਼ਹਿਰ ਇੱਥੇ ਸਵਾ ਪਹਿਰ ਦਿਨ ਚੜੇ ਤੱਕ ਕਹਿਰ ਵਰਤਦਾ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਫਿਰ ਅੱਗੇ ਆਪਾਂ ਸ਼ਲੋਕ ਪੜ੍ਹਦੇ ਹਾਂ, ਮਹੱਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਸਤਿਗੁਰੂ ਅਮਰਦਾਸ ਜੀ ਆਖਦੇ ਨੇ ਲਾਹੌਰ ਸ਼ਹਿਰ 'ਚ ਤਾਂ ਸਵਾ ਪੈਰ ਜ਼ਹਿਰ ਕਹਿ ਰਹੇ, ਪਰ ਅਸੀਂ ਇੱਕ ਨਗਰ ਵਸਾਉਣਾ ਹੈ ਅੰਮ੍ਰਿਤਸਰ, ਜਿੱਥੇ ਸਦਾ ਹੀ ਸ੍ਰੀ ਅਕਾਲ ਪੁਰਖ ਦੀ ਸਿਫਤ ਸਲਾਹ ਹੋਇਆ ਕਰੇਗੀ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇਂ ਰਾਮ। ਸੋ ਐਸੀ ਬਖਸ਼ਿਸ਼ ਸਤਿਗੁਰੂ ਨੇ ਕਰਨੀ ਹੈ, ਅੰਮ੍ਰਿਤਸਰ ਸ਼ਹਿਰ ਵਸਾਉਣਾ ਹੈ। ਭਵਿੱਖ ਨੂੰ ਜਾਣਦਿਆਂ ਹੋਇਆਂ ਸਤਿਗੁਰਾਂ ਨੇ ਬਾਦਸ਼ਾਹ ਦੀ ਇਹ ਬੇਨਤੀ ਜਿਹੜੀ ਹੈ ਉਹ ਪ੍ਰਵਾਨ ਕੀਤੀ ਹੈ। ਜਾਨ ਭਵਿਖਿਅਤ ਸਰਬਗਤ, ਮਰਦਨ ਜਥਾ ਸਮਾਜ। ਤੇ ਸਤਿਗੁਰੂ ਜਾਣਦੇ ਨੇ ਜਦੋਂ ਨਗਰ ਵਸਾਇਆ ਜਾਵੇਗਾ ਤਾਂ ਸਿੱਖ ਸਮਾਜ ਦਾ ਅੱਗੇ ਬਹੁਤ ਵਾਧਾ ਹੋਣਾ ਹੈ। ਚੌਪਈ ਸ਼੍ਰੀ ਸਤਿਗੁਰ ਇਮ ਭਗਤ ਬਿਰਥਾਰਤ, ਇਵੇਂ ਸਤਿਗੁਰੂ ਜੀ ਭਗਤੀ ਦਾ ਵਿਸਥਾਰ ਕਰ ਰਹੇ ਹਨ। ਬਖਸ਼ਿਸ਼ ਕਰਤ ਦੇਖ ਕਰ ਆਰਤ, ਜੋ ਲੋੜਵੰਦ ਹੈ ਉਹਨਾਂ ਦੇ ਉੱਪਰ ਪਾਤਸ਼ਾਹ ਜੀ ਅਨੇਕਾਂ ਬਖਸ਼ਿਸ਼ਾਂ ਕਰਦੇ ਹਨ। ਛੋਟੀ ਸੁਤਾ ਸੇਵ ਨਿਤ ਕਰੈ, ਸਤਿਗੁਰਾਂ ਦੀਆਂ ਦੋ ਧੀਆਂ ਹਨ, ਬੀਬੀ ਦਾਨੀ ਬੀਬੀ ਭਾਨੀ। ਜੋ ਬੀਬੀ ਭਾਨੀ ਛੋਟੀ ਹੈ ਉਹ ਸਤਿਗੁਰਾਂ ਦੀ ਸੇਵਾ ਕਰਦੀ ਹੈ। ਲਖੇ ਪ੍ਰਭੂ ਇਮ ਭਾਉ ਸੁਤਰੈ, ਕਿਵੇਂ ਸੇਵਾ ਕਰਦੀ ਹੈ? ਪ੍ਰਭੂ ਜਾਣ ਕੇ, ਗੁਰੂ ਜਾਣ ਕੇ ਸੇਵਾ ਕਰਦੀ ਹੈ। ਪਿਤ ਕਰ ਨਹਿ ਜਾਣੈ ਬਹੁ ਸਿਆਣੀ, ਬਹੁਤ ਸਿਆਣੀ ਹੈ ਔਰ ਸੁਸ਼ੀਲ ਸੁਭਾਅ ਵਾਲੀ ਹੈ। ਭਾਉ ਭਗਤ ਕੋ ਤਨ ਜਨ ਪਾਨੀ, ਭਾਉ ਭਗਤੀ ਦੇ ਨਾਲ ਬੀਬੀ ਭਾਨੀ ਜਿਹੜੀ ਹੈ ਉਹ ਸਤਿਗੁਰੂ ਦੀ ਸੇਵਕ ਮਾ ਰਹੀ ਹੈ। ਮਨਹੁ ਕੀਰਤੀ ਰੂਪ ਕਰਿਓ ਹੈ, ਕਵੀ ਜੀ ਕਹਿੰਦੇ ਬੀਬੀ ਭਾਨੀ ਮਾਨੋ ਕਿ ਜਿਵੇਂ ਰੱਬ ਦੀ ਕੀਰਤੀ ਨੇ ਹੀ ਇੱਕ ਰੂਪ ਧਾਰਨ ਕੀਤਾ ਹੈ। ਕਹਿ ਰਰੀ ਸ਼ਰੀ ਨਿਜ ਬੇਸ ਤਰਿਓ ਹੈ, ਜਾਂ ਮਾਨੋ ਕਿ ਲక్ష్ਮੀ ਰੂਪ ਧਾਰਨ ਕਰਕੇ ਆਈ ਹੈ। ਵੱਡ ਭਾਗਾ ਪਤ ਬ੍ਰਤਾ ਸੁਸ਼ੀਲਾ, ਵੱਡੇ ਭਾਗਾਂ ਵਾਲੀ ਹੈ, ਸੁਸ਼ੀਲ ਹੈ, ਪਤੀ ਵਰਤਾ ਜੀਵਨ ਵਾਲੀ ਹੈ। ਨਿਮਰ ਭੂਤ ਨਿਤ ਸਮਤ ਗਹੀਲਾ, ਬੜੀ ਗਹਿਰੀ ਮੱਤ ਵਾਲੀ ਹੈ, ਨਿਮਰੀ ਭੂਤ ਸੁਭਾਅ ਵਾਲੀ ਹੈ। ਅਪਰ ਨਿਕਟ ਕੋ ਹੋਣ ਨਾ ਪਾਵੇ, ਹੋਰ ਕਿਸੇ ਨੂੰ ਨੇੜੇ ਆਉਣ ਦਾ ਤਾਂ ਮੌਕਾ ਸਮਾਂ ਹੀ ਨਹੀਂ ਦਿੰਦੀ ਹੈ। ਇਹ ਧਰ ਸ਼ਰਧਾ ਸੇਵਕ ਮਾਵੇ, ਇਵੇਂ ਸ਼ਰਧਾ ਧਾਰ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਲ ਵਿੱਚ ਰਹਿ ਕੇ ਸੇਵਾ ਕਰਦੀ ਹੈ। ਜਥਾ ਪ੍ਰਸੰਨ ਹੋਏ ਪਿਤ ਹੇਰ, ਜਿਸ ਪ੍ਰਕਾਰ ਗੁਰੂ ਪਿਤਾ ਜੀ ਇਹਦੀ ਸੇਵਾ ਤੇ ਪ੍ਰਸੰਨ ਹੋ ਜਾਂਦੇ ਹਨ, ਤਥਾ ਕਰਹਿ ਨਿਤ ਸੇਵ ਬਡੇਰ, ਇਵੇਂ ਵੱਧ ਕੇ ਅੱਗੇ ਹੋ ਕੇ ਰੋਜ਼ ਸੇਵਾ ਕਮਾਉਂਦੀ ਹੈ। ਪਹਿਰ ਰਾਤ ਤੇ ਕਰਹਿ ਇਸ਼ਨਾਨ, ਆਪ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੀ ਹੈ। ਤਬ ਪਹੁੰਚੇ ਦਰਸ਼ਨ ਹਿਤ ਠਾਨ, ਇਸ਼ਨਾਨ ਕਰਕੇ ਫਿਰ ਸਤਿਗੁਰੂ ਅਮਰਦਾਸ ਜੀ ਜਿੱਥੇ ਚੁਬਾਰਾ ਸਾਹਿਬ ਵਿੱਚ ਬਿਰਾਜਮਾਨ ਹੁੰਦੇ ਸਨ ਰਾਤ ਨੂੰ,
ਬੀਬੀ ਭਾਨੀ ਜੀ ਉੱਥੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਦਰਵਾਜ਼ੇ ਤੇ ਪਹੁੰਚਦੇ ਹਨ। ਮਨ ਕਰ ਬੰਧਨ ਕਰਹਿ ਸਦੀਵ, ਮਨ ਵਿੱਚ ਬੰਦਨਾ ਕਰਦੀ ਹੈ। ਪਿਤਾ ਪਰਮੇਸ਼ਰ ਜਾਣਹਿ ਜੀਵ, ਪਿਤਾ ਪਰਮੇਸ਼ਰ ਜਾਣ ਕੇ, ਪਰਮੇਸ਼ਰ ਰੂਪ ਜਾਣ ਕੇ ਸਤਿਗੁਰੂ ਜੀ ਨੂੰ ਜਿਉਂਦੀ ਹੈ। ਬਹੁਰ ਸੇਵ ਹਿਤ ਜਬ ਕਬ ਆਵੈ, ਇਸ ਪ੍ਰਕਾਰ ਜਦੋਂ ਬਹੁਤ ਸੇਵਾ ਕਰਨ ਵਿੱਚ ਚਿੱਤ ਆਉਂਦਾ ਹੈ। ਭਾਨੀ ਕ੍ਰਿਤ ਗੁਰੂ ਮਨ ਭਾਵੈ, ਭਾਨੀ ਦੀ ਸੇਵਾ ਸਤਿਗੁਰੂ ਜੀ ਦੇ ਮਨ ਨੂੰ ਚੰਗੀ ਲੱਗਦੀ ਹੈ, ਭਾ ਜਾਂਦੀ ਹੈ। ਇੱਕ ਦਿਨ ਬੈਠੀ ਬਨ ਕਹਿ ਦੀਨ, ਇੱਕ ਦਿਨ ਦੀਨ ਬਣ ਕੇ ਮਨ ਵਿੱਚ ਕੋਈ ਭਾਵਨਾ ਆਈ ਹੈ, ਬੈਠੀ ਹੈ। ਬਿਨਤੀ ਸਹਿਤ ਬੋਲ ਬਹੁ ਕੀਨ, ਬੇਨਤੀ ਦੇ ਨਾਲ ਸਤਿਗੁਰਾਂ ਨਾਲ ਕੁਝ ਬਚਨ ਕੀਤੇ ਹਨ। ਪਿਤ ਜੀ ਬੜੇ ਸ਼ਰੀਕ ਹਮਾਰੇ, ਕਹਿਣ ਲੱਗੀ ਕਿ ਪਿਤਾ ਜੀ ਜੋ ਸਾਡੇ ਇਹ ਵੱਡੇ ਸ਼ਰੀਕ ਹਨ, ਅਧਿਕ ਧਨੀ ਗਨ ਹਿਰਦੇ ਹੰਕਾਰੇ, ਇਹ ਬੜੇ ਹੰਕਾਰੀ ਹਨ ਔਰ ਗੁਰੂ ਘਰ ਪ੍ਰਤੀ ਇਹਨਾਂ ਦਾ ਵਿਵਹਾਰ ਜਿਹੜਾ ਹੈ ਉਹ ਠੀਕ ਨਹੀਂ ਹੈ। ਸਰਬ ਸ਼ਰੀਕਨ ਉੱਚਾ ਬੋਲੇ, ਜਿਹੜੀਆਂ ਉਹਨਾਂ ਦੇ ਘਰ ਵਾਲੀਆਂ ਹਨ, ਸ਼ਰੀਕਣੀਆਂ ਹਨ, ਬੜੇ ਉੱਚੇ ਬੋਲ ਬੋਲਦੀਆਂ ਹਨ। ਵਸਤਰਨ ਪਹਿਰੇ ਲੈ ਬਹੁ ਮੋਲੇ, ਮਹਿੰਗੇ ਮਹਿੰਗੇ ਵਸਤਰ ਪਾ ਕੇ ਤੇ ਹੰਕਾਰ ਦੇ ਨਾਲ ਸਾਨੂੰ ਕੁਝ ਇਸ ਤਰ੍ਹਾਂ ਦੇ ਬੋਲ ਬੋਲਦੀਆਂ ਹਨ। ਕੰਚਨ ਕੇ ਭੂਖਨ ਬਹੁ ਪਾਵਹਿ, ਬੜੇ ਮਹਿੰਗੇ ਗਹਿਣੇ ਤੇ ਵਸਤਰ ਪਹਿਨਦੀਆਂ ਹਨ। ਹਮਕੋ ਤਰਕੈ ਉਰਗਰ ਬਾਵਹਿ, ਤੇ ਸਾਨੂੰ ਤਰਕਾਂ ਮਾਰਦੀਆਂ ਹਨ, ਹੰਕਾਰ ਕਰਦੀਆਂ ਹਨ। ਸੁਨ ਤਨੁਜਾ ਕੇ ਮਨ ਕੀ ਜਾਨ, ਬੀਬੀ ਭਾਨੀ ਜੀ ਦੇ ਮਨ ਦੀ ਗੱਲ ਨੂੰ ਸਤਿਗੁਰਾਂ ਨੇ ਜਾਣਨਾ ਕੀਤਾ ਹੈ। ਬੋਲੇ ਸ਼੍ਰੀ ਸਤਿਗੁਰ ਭਗਵਾਨ, ਭਗਵਾਨ ਸਤਿਗੁਰੂ ਜੀ ਮੁਖਾਰਬਿੰਦ ਤੋਂ ਆਖਦੇ ਹਨ। ਸਮੁਖ ਸ਼ਿਲਾ ਏਕ ਪਰੀ ਨਿਹਾਰੀ, ਤਾਂ ਸਤਿਗੁਰੂ ਜੀ ਨੇ ਸਾਹਮਣੇ ਇੱਕ ਪਈ ਹੋਈ ਇੱਟ ਵੱਲ ਦੇਖਿਆ ਹੈ। ਇਤਕ ਹੇਮ ਮਹਿ ਹੋਏ ਸਭ ਕਾਰੀ, ਤਾਂ ਦੇਖਦੇ ਸਾਰ ਉਹ ਜਿਹੜੀ ਇੱਟ ਹੈ ਸੋਨੇ ਰੰਗ ਦੀ ਹੋ ਜਾਂਦੀ ਹੈ। ਵਸਤਰ ਵਿਭੂਖਨ ਹੋਏ ਕੇ ਨਾਹੀ, ਕਹਿਣ ਲੱਗੇ ਕਿ ਦੇਖ ਆਓ ਜਿਹੜੀ ਸਾਹਮਣੇ ਇੱਟ ਪਈ ਹੈ, ਇੰਨਾ ਸੋਨਾ ਹੋਵੇ ਤਾਂ ਵਸਤਰ ਵਿਭੂਖਣ ਬਣ ਸਕਦੇ ਹਨ। ਜੇ ਕਰ ਬਨਹੇ ਗਹੋ ਕਰ ਮਾਹੀ, ਜੇ ਬਣ ਸਕਦੇ ਹਨ ਤਾਂ ਸਾਨੂੰ ਦੱਸਣਾ ਕਰੋ। ਪਿਤ ਜੀ ਆਪ ਸਰਬ ਗਤ ਜਾਨੋ, ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਪਿਤਾ ਜੀ ਆਪ ਸਰਬ ਸ਼ਕਤੀਮਾਨ ਹੋ, ਸਭ ਵਿਦ ਸਮਰੱਥ ਚਹੁ ਸੋ ਠਾਨੋ, ਆਪ ਸਰਬ ਕਲਾ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਇਮ ਕਹਿ ਸ਼ਲਾਭ ਲੋਕੀ ਜਵੈ, ਇਸ ਪ੍ਰਕਾਰ ਜਦੋਂ ਉਸ ਇੱਟ ਵੱਲ ਨੂੰ ਦੇਖਣਾ ਕੀਤਾ ਹੈ ਦਮਕਤ ਹੋਈ ਹੇਮ ਕੀ ਸਵੈ, ਤਾਂ ਉਹ ਸੁਨਹਿਰੀ ਰੰਗ ਦੀ ਹੋ ਗਈ ਹੈ। ਸਤਿਗੁਰੂ ਨੇ ਕਿਹਾ ਇਸ ਨੂੰ ਉਠਾਉਣਾ ਕਰੋ। ਪਿਤ ਆਇਸ ਤੇ ਲੀਨ ਉਠਾਏ, ਪਿਤਾ ਦੀ ਆਗਿਆ ਨਾਲ ਬੀਬੀ ਭਾਨੀ ਨੇ ਉਸ ਇੱਟ ਨੂੰ ਉਠਾਇਆ ਹੈ। ਨਿਜ ਅਰ ਸੁਤ ਕੋ ਭੂਖਨ ਪਾਏ, ਕਹਿਣ ਲੱਗੇ ਕਿ ਇਹਦੇ ਨਾਲ ਦੇਖ ਕਿੰਨੇ ਗਹਿਣੇ ਬਣ ਸਕਦੇ ਹਨ। ਭਾਵ ਕੀ ਹੈ, ਸਤਿਗੁਰੂ ਜੀ ਨੇ ਗੁਰੂ ਘਰ ਦੀ ਅਜ਼ਮਤ ਦਿਖਾਈ ਹੈ। ਭਾਵ ਕੀ ਹੈ, ਬੀਬੀ ਭਾਨੀ ਜੀ ਨੂੰ ਗਹਿਣਿਆਂ ਦੀ ਭੁੱਖ ਨਹੀਂ ਹੈ। ਦੱਸਿਆ ਹੈ ਕਿ ਗੁਰੂ ਦਾ ਦਰ ਹੈ, ਇੱਥੇ ਨਿਮਰਤਾ ਦੇ ਨਾਲ ਰਹਿਣਾ ਹੈ, ਇੱਥੇ ਨਿਮਰ ਸੁਭਾਅ ਦੇ ਵਿੱਚ ਰਹਿਣਾ ਹੈ। ਇਸ ਕਰਕੇ ਗੁਰੂ ਘਰ ਵਿੱਚ ਕਿਸੇ ਗੱਲ ਦਾ ਕੋਈ ਘਾਟਾ ਨਹੀਂ, ਕਮੀ ਨਹੀਂ ਹੈ। ਜੋ ਗਹਿਣੇ ਪਹਿਨਣੇ, ਕੀਮਤੀ ਕੱਪੜੇ ਪਹਿਨ ਕੇ ਉਹਨਾਂ ਦਾ ਹੰਕਾਰ ਕਰਨਾ, ਇਹ ਸੰਸਾਰੀ ਤੇ ਹੰਕਾਰੀ ਲੋਕਾਂ ਦਾ ਕਰਮ ਹੈ। ਅਸੀਂ ਧਰਮ ਦੇ ਰਾਹ ਤੇ ਤੁਰਨਾ ਹੈ, ਬੰਦਗੀ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਹੰਕਾਰ ਜਿਹੜਾ ਹੈ, ਹਰ ਜੋ ਹੰਕਾਰ ਨਾ ਭਾਵ ਇਹ ਵੇਦ ਕੂਕ ਸੁਣਾਵੇ। ਸੋ ਇਸ ਲਈ ਸਤਿਗੁਰਾਂ ਨੇ ਐਸੀ ਕਰਾਮਾਤ ਅਜਮਤ ਵਰਤਾਈ ਹੈ। ਕਹਿਤ ਪਏ ਗੁਰ ਕਰੁਣਾ ਧਾਰ, ਇਸੇ ਪ੍ਰਕਾਰ ਕਿਰਪਾ ਨਿਦਾਨ ਸਤਿਗੁਰੂ ਜੀ ਨੇ ਕਹਿਣਾ ਕੀਤਾ ਹੈ। ਹਮ ਤੋ ਰਾਖੇ ਨਹੀਂ ਅਗਾਰ, ਇਸ ਪ੍ਰਕਾਰ ਸਾਡੇ ਕੋਲੇ ਕੋਈ ਵੀ ਲੋੜ ਹੋਵੇ ਤਾਂ ਹੋਏ ਤੁਮਾਰੇ ਐਸ਼ਵਰਜ ਪਾਰੀ, ਜੋ ਵੀ ਤੁਹਾਡੇ ਸੁੱਖ ਦੇ ਹਿੱਤ ਵਿੱਚ ਹੈ, ਜਾਚੋ ਜਾਤੇ ਲਿਹੋ ਅਗਾਰੀ, ਜਦੋਂ ਚਾਹੋ ਗੁਰੂ ਦੇ ਦਰ ਤੋਂ ਮੰਗ ਸਕਦੇ ਹੋ। ਜਿਉ ਜਿਉ ਪਿਤ ਬੋਲਤ ਅਨੁਕੂਲ, ਜਿਵੇਂ ਜਿਵੇਂ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਬੋਲਦੇ ਹਨ, ਤਿਉ ਤਿਉ ਭਾਨੀ ਹੋਏ ਸੁਖ ਮੂਲ, ਸਤਿਗੁਰਾਂ ਦੇ ਪਵਿੱਤਰ ਬਚਨ ਭਾਨੀ ਜੀ ਦੇ ਹਿਰਦੇ ਵਿੱਚ ਲੈਂਦੇ ਹਨ ਤੇ ਹਿਰਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ। ਰਹਿ ਨਮਰ ਬਹੁ ਸੇਵਕ ਮਾਵੇ, ਇਸੇ ਪ੍ਰਕਾਰ ਉਵੇਂ ਉਵੇਂ ਨਿਮਰਤਾ ਧਾਰ ਕੇ, ਕਿਉਂਕਿ ਸਾਧ ਸੰਗਤ ਜਿਵੇਂ ਜਿਵੇਂ ਬੇਰੀ ਨੂੰ ਬੇਰ ਲੱਗਦੇ ਨੇ, ਫਲ ਲੱਗਦੇ ਨੇ ਨਾ, ਤੇ ਦਰਖਤ ਤਿਵੇਂ ਤਿਵੇਂ ਨਿਉਂਦਾ ਜਾਂਦਾ ਹੈ, ਨਿਵੇਂ ਸੋ ਗੌਰਾ ਹੋਈ। ਜਿਵੇਂ ਜਿਵੇਂ ਸਿੱਖ ਸੇਵਾ ਕਰਦਾ ਹੈ ਨਾ, ਸੇਵਾ ਦੇ ਫਲ ਲੱਗਦੇ ਨੇ, ਤਿਵੇਂ ਤਿਵੇਂ ਨਿਮਰਤਾ ਆਉਂਦੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ,
ਨਿਮਰਤਾ ਨਾਲ ਕੀਤੀ ਹੋਈ ਸੇਵਾ ਹੀ ਸਫਲ ਹੁੰਦੀ ਹੈ। ਅਨੁਸਾਰੀ ਹੋਏ ਸਦਾ ਰਿਜਾਵੇ। ਇਸੇ ਪ੍ਰਕਾਰ ਗੁਰੂ ਅਨੁਸਾਰੀ ਹੋ ਕੇ ਕੀਤੀ ਹੋਈ ਸੇਵਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੈ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੈ। ਸੇਵਾ ਉਹੀ ਸਫਲ ਹੈ ਜਿਹੜੀ ਸਤਿਗੁਰੂ ਨੂੰ ਪ੍ਰਵਾਨ ਹੁੰਦੀ ਹੈ। ਗੁਰਪੁਰ ਤੇ ਤ੍ਰੈ ਕੋਸਿਕ ਕੈ ਕੋਸਿਕ ਗ੍ਰਾਮ। ਇਸੇ ਪ੍ਰਕਾਰ ਅਗਲਾ ਪ੍ਰਸੰਗ ਚੱਲ ਰਿਹਾ ਹੈ ਕਿ ਜੋ ਗੋਇੰਦਵਾਲ ਸਾਹਿਬ ਤੋਂ 3 ਕੋਹ ਤੇ 1 ਨਗਰ ਹੈ, ਉਤੋ ਕੋਏ ਤਲਵੰਡੀ ਨਾਮ। ਉਸ ਪਿੰਡ ਦਾ ਨਾਮ ਤਲਵੰਡੀ ਹੈ। ਤਹ ਸਿੱਖ ਇੱਕ ਖੱਤਰੀ ਜਹ ਜਾਤ। ਉੱਥੇ ਇੱਕ ਖੱਤਰੀ ਘਰਾਣੇ ਦਾ ਗੁਰੂ ਅਮਰਦਾਸ ਜੀ ਦਾ ਸਿੱਖ ਸੇਵਕ ਹੈ। ਇੱਕ ਪੱਗ ਹੁਤੋ ਚਲਤ ਲੰਗਰਾਤ। ਉਸ ਦੀ ਇੱਕ ਲੱਤ ਜਿਹੜੀ ਉਹ ਲੰਗੀ ਹੈ, ਜਿਸ ਤੋਂ ਲੰਗਾ ਕੇ ਚੱਲਦਾ ਹੈ। ਨਿਤ ਸ਼ਰਧਾ ਧਰ ਦਦ ਕੋ ਲਿਆਵਤ। ਰੋਜ਼ ਸ਼ਰਧਾ ਧਾਰ ਕੇ ਆਪਣੇ ਘਰੋਂ ਦਹੀਂ ਤਿਆਰ ਕਰਕੇ ਲਿਆਉਂਦਾ ਹੈ। ਤਰਤ ਪ੍ਰੀਤ ਸਤਿਗੁਰੂ ਖਿਲਾਵਤ। ਬੜੀ ਪ੍ਰੀਤ ਧਾਰਨ ਕਰਕੇ ਸਤਿਗੁਰੂ ਜੀ ਨੂੰ ਛਕਾਉਂਦਾ ਹੈ। ਕਰਤ ਸੇਵ ਬੀਤਿਓ ਚਿਰਕਾਲ। ਇਸ ਤਰ੍ਹਾਂ ਉਹਨੂੰ ਸੇਵਾ ਕਰਦੇ ਕਰਦੇ ਬਹੁਤ ਸਮਾਂ ਬਤੀਤ ਹੋ ਗਿਆ ਹੈ। ਆਪਣੋ ਨੇਮ ਰੱਖਿਓ ਪ੍ਰਤਪਾਲ। ਤਾਂ ਉਹਨੇ ਆਪਣੇ ਨੇਮ ਤੋਂ ਛੱਡਿਆ ਨਹੀਂ ਹੈ, ਪ੍ਰਤਪਾਲਣਾ ਕੀਤੀ ਹੈ। ਜੇ ਬਰਖਾ ਬਰਖੈ ਬਹੁ ਭਾਰੀ। ਭਾਵੇਂ ਕਿ ਬਹੁਤ ਸਾਰਾ ਮੀਂਹ ਜਾਂ ਬਰਖਾ ਵੀ ਕਿਉਂ ਨਹੀਂ ਹੁੰਦੀ ਹੈ, ਆਨੇ ਦਦ ਕੋ ਲਾਏ ਨਾ ਬਾਰੀ। ਉਹ ਦੁੱਧ ਦਹੀਂ ਜਿਹੜਾ ਹੈ ਰੋਜ਼ਾਨਾ ਲਿਆਉਂਦਾ ਹੈ, ਨਾਗਾ ਨਹੀਂ ਪਾਉਂਦਾ ਹੈ, ਛੁੱਟੀ ਨਹੀਂ ਕਰਦਾ ਹੈ। ਟੂਟੀ ਟੰਗੜੀ ਕਾਸ਼ਟ ਪਰ ਧਰ। ਜਿਹੜੀ ਲੱਤ ਉਹਦੀ ਛੋਟੀ ਹੈ, ਟੁੱਟੀ ਹੋਈ ਹੈ, ਉਹਨੂੰ ਲੱਕੜ ਦੀ ਘੋੜੀ ਦੇ ਉੱਪਰ ਰੱਖ ਕੇ ਤੁਰਦਾ ਹੈ। ਸਮੈ ਸੀਤ ਕੇ ਲਿਆਵਤ ਕਰ ਪਰ। ਤੇ ਭਾਵੇਂ ਕਿੰਨੀ ਵੀ ਠੰਡ ਕਿਉਂ ਨਾ ਹੋਵੇ ਤਾਂ ਵੀ ਜਿਹੜੀ ਹੈ ਸੇਵਾ ਨਿਭਾਉਂਦਾ ਹੈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਗੁਰਸਿੱਖ ਦਾ ਨੇਮ ਹੈ। ਭਿਜੋ ਸਿਜੋ ਕੰਬਲੀ ਅੱਲੋ ਵਰਸੈ ਮੇਹੋ, ਜਾਏ ਮਿਲਾਂ ਤਿਨਾ ਸੱਜਣਾ ਟੁੱਟੇ ਨਾਹੀ ਨੇਹੋ। ਇਸ ਪ੍ਰਕਾਰ ਇਹ ਆਪਣਾ ਨੇਮ ਨਿਭਾ ਰਿਹਾ ਹੈ। ਇੱਕ ਦਿਨ ਦਹੀਂ ਲਿਏ ਕਰ ਚਲਿਓ। ਇਸ ਪ੍ਰਕਾਰ ਇੱਕ ਦਿਨ ਦਹੀਂ ਲੈ ਕੇ ਘਰ ਤੋਂ ਜਦੋਂ ਚੱਲਦਾ ਹੈ, ਗ੍ਰਾਮ ਚੌਧਰੀ ਮਗ ਮਹਿ ਮਿਲਿਓ। ਤਾਂ ਪਿੰਡ ਦਾ ਚੌਧਰੀ ਉਹਨਾਂ ਦੇ ਰਸਤੇ ਵਿੱਚ ਮਿਲ ਪੈਂਦਾ ਹੈ। ਹਾਸੀ ਕਰ ਤਿਨ ਗਹਿ ਬਹੁ ਕੀਨ। ਚੌਧਰੀ ਦਾ ਸੁਭਾਅ ਹਾਸੇ ਵਾਲਾ ਹੈ। ਲਈ ਕਾਠ ਕੀ ਟੰਗਰੀ ਸ਼ੀਨ। ਤੇ ਮਜ਼ਾਕ ਦੇ ਵਿੱਚ ਉਹਨੇ ਇਸ ਸਿੱਖ ਲਗਾਹ ਦੇ ਕੋਲੋਂ ਜਿਹੜੀ ਉਹ ਲੱਕੜ ਦੀ ਘੋੜੀ ਖੋਹ ਲਈ ਹੈ। ਕਹਿਤ ਭਇਓ ਨਿਤ ਗਰ ਟਿਗ ਜਾਵੇ। ਕਹਿਣ ਲੱਗਾ ਕਿ ਨਿਤ ਹੀ ਤੂੰ ਇਹ ਦਹੀਂ ਲੈ ਕੇ ਜਾਂਦਾ ਹੈ। ਪ੍ਰੇਮ ਧਾਰ ਦਦ ਸਦਾ ਖੁਲਾਵੇ। ਤੇ ਪ੍ਰੇਮ ਧਾਰ ਕੇ ਆਪਣੇ ਗੁਰੂ ਨੂੰ ਛਕਾਉਂਦਾ ਹੈ। ਸਾਬਤ ਟੰਗਰੀ ਕਰੀ ਨਾ ਤੋਹੇ। ਕਹਿਣ ਲੱਗਾ ਕਿ ਤੇਰੇ ਗੁਰੂ ਨੇ ਤੇਰੀ ਟੁੱਟੀ ਹੋਈ ਜਿਹੜੀ ਲੱਤ ਹੈ ਤਾਂ ਸਾਬਤ ਨਹੀਂ ਕੀਤੀ ਹੈ। ਬਿਰਥਾ ਸ਼ਰਮ ਤੇਰੋ ਸਭ ਹੋਏ। ਤੇ ਤੇਰੀ ਸੇਵਾ ਤਾਂ ਸਾਰੀ ਵਿਅਰਥ ਜਾ ਰਹੀ ਹੈ। ਆਵਤ ਜਾਤ ਚਰਨ ਲੰਗਰਾਤ। ਆਉਂਦਾ ਜਾਂਦਾ ਮੈਂ ਤੈਨੂੰ ਵੇਖਦਾ, ਲੰਗਾ ਕੇ ਜਾਂਦਾ ਹੈ ਤੇ ਲੰਗਾ ਕੇ ਵਾਪਸ ਮੁੜਦਾ ਹੈ। ਬਹੁਤ ਖੇਦ ਤਰ ਪਹੁੰਚੇ ਪ੍ਰਾਤ। ਇੰਨਾ ਦੁਖੀ ਹੋ ਕੇ ਤੂੰ ਰੋਜ਼ ਸਵੇਰੇ ਗੁਰੂ ਵਾਸਤੇ ਦਹੀਂ ਲੈ ਕੇ ਜਾਂਦਾ ਹੈ। ਏਪੀ ਕਸ਼ਟ ਨਾ ਤੇਰੋ ਖੋਆ। ਇੱਕ ਤੇਰਾ ਦੁੱਖ ਤਾਂ ਤੇਰੇ ਗੁਰੂ ਨੇ ਦੂਰ ਨਹੀਂ ਕੀਤਾ ਹੈ। ਕਿਆ ਅਚਰਜ ਤੁਬ ਦਿਸ਼ ਨਹਿ ਜੋਵਾ। ਕਿੰਨੀ ਹੈਰਾਨੀ ਦੀ ਇਹ ਗੱਲ ਹੈ। ਮ੍ਰਿਤਕ ਨਗਰ ਕੇ ਕਿਤਕ ਜਿਵਾਏ। ਤੇ ਤੈਨੂੰ ਪਤਾ ਹੈ ਕਿ ਗੁਰੂ ਅਮਰਦਾਸ ਜੀ ਨੇ ਉਸ ਨਗਰ ਦੇ ਕਿੰਨੇ ਮ੍ਰਿਤਕ ਜਿਹੜੇ ਨੇ ਉਹ ਜਿੰਦਾ ਕੀਤੇ ਹਨ। ਅਜ਼ਮਤ ਜਿਨ ਕੀ ਜਗ ਅਜ਼ਮਾਏ। ਤੇ ਜਿਨ੍ਹਾਂ ਦੀ ਵਡਿਆਈ, ਜਿਨ੍ਹਾਂ ਦੀ ਅਜ਼ਮਤ ਪੂਰੇ ਜੱਗ ਵਿੱਚ ਜ਼ਾਹਰ ਹੈ। ਕਿਆ ਦੁਰਮਤ ਤੇਰੇ ਮਹਿ ਜਾਨੀ। ਕੀ ਉਹਨਾਂ ਨੇ ਤੇਰੇ ਵਿੱਚ ਖੋਟ ਵੇਖਣਾ ਕੀਤੀ ਹੈ। ਕਿਰਪਾ ਦ੍ਰਿਸ਼ਟ ਨਹਿ ਦੇਖਨ ਠਾਨੀ। ਜਿਹੜੀ ਤੇਰੇ ਉੱਪਰ ਉਹ ਕਿਰਪਾ ਨਹੀਂ ਕਰ ਰਹੇ ਹਨ। ਸੁਨ ਖੱਤਰੀ ਕਹਿ ਨਹਿ ਅਟਕਾਵੋ। ਤਾਂ ਉਹ ਖੱਤਰੀ ਵਿਚਾਰਾ ਕਹਿ ਰਿਹਾ ਹੈ ਕਿ ਮੈਨੂੰ ਇਸ ਤਰ੍ਹਾਂ ਅਟਕਾਉਣਾ ਰੋਕਣਾ ਨਾ ਕਰੋ। ਸਮੋ ਜਾਤ ਬੀਤਿਓ ਇਸ ਥਾਵ। ਮੇਰਾ ਜਿਹੜਾ ਹੈ ਉਹ ਸਮਾਂ ਬਤੀਤ ਹੋ ਰਿਹਾ ਹੈ, ਮੈਂ ਸਮੇਂ ਤੋਂ ਪਛੜਦਾ ਲੇਟ ਹੁੰਦਾ ਜਾ ਰਿਹਾ ਹਾਂ। ਸਤਿਗੁਰ ਮੇਰੇ ਵੇ ਪਰਵਾਹੂ। ਮੇਰੇ ਸਤਿਗੁਰੂ ਜੀ ਤਾਂ ਬੇਪਰਵਾਹ ਬਿਰਤੀ ਦੇ ਮਾਲਕ ਹਨ। ਚਹੈ ਸੋ ਕਰਹਿ ਛਿਨ ਏਕ ਮਾਹੂ। ਉਹ ਜੋ ਚਾਹਣ ਇੱਕ ਛਿਨ ਵਿੱਚ ਕਰ ਸਕਦੇ ਹਨ। ਜਿਮਰ ਜਾਏ ਤਿਨਹੀ ਹਮ ਹੀਰੈ। ਜਿਵੇਂ ਗੁਰੂ ਜੀ ਨੂੰ ਚਾਹੁੰਦਾ ਹੈ ਅਸੀਂ ਉਸੇ ਪ੍ਰਕਾਰ ਹੀ ਵੇਖਦੇ ਹਾਂ। ਹਰਖ ਮਾਨ ਹੋਏ ਰਹਿ ਕਨੇ ਰਹਿ। ਅਸੀਂ ਤਾਂ ਮਾਣ ਛੱਡ ਕੇ ਗੁਰੂ ਦੀ ਸੇਵਾ ਕਰਦੇ ਹਾਂ।
ਭਲੋ ਜੀਵ ਕੋ ਜਿਮ ਹੋਏ ਜਾਏ। ਜਿਸ ਗੱਲ ਵਿੱਚ ਜੀਵ ਦਾ ਸਿੱਖ ਦਾ ਭਲਾ ਹੁੰਦਾ ਹੈ, ਤਿਮ ਸਿੱਖਨ ਹਿਤ ਗੁਰੂ ਕਰਾਏ। ਗੁਰੂ ਜਿਹੜਾ ਹੈ ਉਸੇ ਪ੍ਰਕਾਰ ਹੀ ਆਪਣੇ ਸਿੱਖਾਂ ਲਈ ਕਰਦਾ ਅਤੇ ਕਰਾਉਂਦਾ ਹੈ। ਇਮ ਕਹਿ ਜਾਚ ਸੁਲਕਰੀ ਲੀਨੀ। ਇਸ ਤਰ੍ਹਾਂ ਕਹਿ ਕੇ ਉਹ ਸਿੱਖ ਨੇ ਜਿਹੜੀ ਹੈ ਚੌਧਰੀ ਤੋਂ ਉਹ ਲੱਕੜੀ ਲੈ ਲਈ ਹੈ। ਕਿਤਕ ਸਮੇਂ ਬੀਤੇ ਤਿਸ ਦਿਨੀ। ਇਸ ਤਰ੍ਹਾਂ ਬਹੁਤ ਸਮਾਂ ਗੱਲਾਂ ਕਰਦਿਆਂ ਮਖੌਲ ਕਰਦਿਆਂ ਹੀ ਬਤੀਤ ਹੋ ਗਿਆ ਹੈ। ਟੰਗਰੀ ਲਗਰੀ ਕਾਸ਼ਟ ਪਰ ਤਰ। ਟੁੱਟੀ ਹੋਈ ਲੱਤ ਨੂੰ ਲੱਕੜ ਦੀ ਘੋੜੀ ਉੱਪਰ ਰੱਖਿਆ ਹੈ। ਮਾਰਗ ਚੱਲਿਓ ਉਤਾਇਲ ਕੋ ਕਰ। ਛੇਤੀ ਛੇਤੀ ਵਿਚਾਰਾ ਲੰਘ ਮਾਰਦਾ ਹੋਇਆ ਹੁਣ ਲੇਟ ਹੋ ਗਿਆ, ਇਸ ਕਰਕੇ ਕਾਹਲੀ ਨਾਲ ਤੁਰਨ ਦਾ ਯਤਨ ਕਰਦਾ ਹੈ। ਦੇਗ ਥਾਨ ਮਹਿ ਸਤਿਗੁਰੇ ਆਏ। ਇਸੇ ਪ੍ਰਕਾਰ ਸਤਿਗੁਰੂ ਜੀ ਉਧਰ ਆ ਕੇ ਗੁਰੂ ਕੇ ਲੰਗਰ ਵਿੱਚ ਬਿਰਾਜਮਾਨ ਹਨ। ਥਾਲ ਪਰੋਸ ਧਰਿਓ ਅਗਵਾਏ। ਸਿੱਖਾਂ ਨੇ ਸਤਿਗੁਰਾਂ ਦੇ ਅੱਗੇ ਥਾਲ ਪਰੋਸ ਕੇ ਰੱਖਿਆ ਹੋਇਆ ਹੈ। ਸਗਰੀ ਸੰਗਤ ਕੇਰ ਅਗਾਰੇ। ਸਾਰੀ ਸੰਗਤ ਦੇ ਅੱਗੇ ਵੀ ਭੋਜਨ ਪਰੋਸ ਦਿੱਤਾ ਗਿਆ ਹੈ। ਕਰੇ ਪਰੋਸਨ ਵਿਵਿਧ ਆਹਾਰੇ। ਕਈ ਪ੍ਰਕਾਰ ਦੇ ਭੋਜਨ ਜਿਹੜੇ ਨੇ ਪਰੋਸੇ ਗਏ ਹਨ। ਬੈਠ ਰਹੇ ਸਤਿਗੁਰ ਤਿਸ ਕਾਲ। ਸਤਿਗੁਰੂ ਜੀ ਉਸ ਸਮੇਂ ਅੰਤਰ ਧਿਆਨ ਹੋ ਕੇ ਬੈਠੇ ਹਨ ਮੁਖ ਮਹਿ ਗਰਾਸ ਨਾ ਪਾਏ ਰਸਾਲ। ਤੇ ਆਪਣੇ ਥਾਲ ਦੇ ਵਿੱਚੋਂ ਗਰਾਈ ਆਪਣੇ ਮੁਖ ਵਿੱਚ ਨਹੀਂ ਪਾਉਂਦੇ ਹਨ। ਗੁਰ ਦਿਸ਼ ਪਿਖ ਕਰ ਸਗਰੀ ਸੰਗਤ। ਤੇ ਸਾਰੀ ਸੰਗਤ ਵੀ ਸਤਿਗੁਰਾਂ ਵੱਲ ਨੂੰ ਦੇਖ ਰਹੀ ਹੈ ਨਹਿ ਆਹਾਰ ਮੁਖ ਪਾਵੇ ਪੰਗਤ। ਕਿ ਗੁਰੂ ਸਾਹਿਬ ਜੀ ਕਦੋਂ ਭੋਜਨ ਛਕਣਗੇ, ਤਾਂ ਬਾਅਦ ਵਿੱਚ ਬਾਕੀ ਸੰਗਤ ਨੇ ਵੀ ਪ੍ਰਸ਼ਾਦਾ ਛਕਣਾ ਹੈ। ਬੂਝੇ ਬੱਲੂ ਦਾਸ ਜੂ ਹੈ। ਸਤਿਗੁਰਾਂ ਦੇ ਸੇਵਕ ਭਾਈ ਬੱਲੂ ਨੇ ਆ ਕੇ ਬੇਨਤੀ ਕੀਤੀ ਹੈ, ਅਚਤ ਨਹੀਂ ਪ੍ਰਭੂ ਕੋ ਬਿਦ ਹੈ। ਸਤਿਗੁਰੂ ਜੀ ਤੁਸੀਂ ਕੀ ਕਾਰਨ ਹੈ ਭੋਜਨ ਨਹੀਂ ਛਕ ਰਹੇ ਹੋ? ਬੈਠੀ ਸੰਗਤ ਤਿਆਰ ਆਹਾਰਾ। ਸੰਗਤ ਸਾਰੀ ਤਿਆਰ ਬੈਠੀ ਹੈ, ਭੋਜਨ ਤਿਆਰ ਹੈ। ਨਹੀਂ ਗਰਾਸ ਕਿਨ ਮੁਖ ਮੋਹ ਡਾਰਾ। ਤੇ ਕਿਸੇ ਨੇ ਵੀ ਇਸ ਲਈ ਭੋਜਨ ਆਪਣੇ ਮੁਖ ਵਿੱਚ ਨਹੀਂ ਪਾਇਆ ਹੈ। ਸੁਨ ਬੋਲੇ ਗੁਰ ਅਚੈ ਨਾ ਤਬਲੋ। ਸਤਿਗੁਰੂ ਜੀ ਕਹਿਣ ਲੱਗੇ ਕਿ ਇਸ ਦਾ ਇਹ ਕਾਰਨ ਹੈ, ਸਿੱਖ ਪ੍ਰੇਮੀ ਨਹਿ ਪਹੁੰਚੈ ਜਬਲੋ। ਸਾਡਾ ਪ੍ਰੇਮੀ ਸਿੱਖ ਭਾਈ ਲੰਗਾ ਅਜੇ ਤੱਕ ਨਹੀਂ ਪਹੁੰਚਿਆ ਹੈ। ਰੋਕਿਓ ਗ੍ਰਾਮ ਚੌਧਰੀ ਆਵਤ। ਉਹਨੂੰ ਰਸਤੇ ਵਿੱਚ ਉਹਦੇ ਪਿੰਡ ਦਾ ਚੌਧਰੀ ਰੋਕੀ ਖੜਾ ਹੈ। ਉਪਾਲੰਬ ਜੂਤ ਹਾਸ ਸੁਨਾਵਤ। ਇਸ ਪ੍ਰਕਾਰ ਉਹਦੇ ਨਾਲ ਹਾਸਾ ਮਖੌਲ ਕਰ ਰਿਹਾ ਹੈ, ਇਸ ਲਈ ਦੇਰ ਹੋ ਗਈ ਹੈ। ਇਤ ਨੇਮੇ ਚਲ ਤੂਰਨ ਆਏ ਸੋ। ਇੰਨੇ ਸਮੇਂ ਨੂੰ ਹੀ ਜਲਦੀ ਨਾਲ ਉਹ ਭਾਈ ਲੰਗਾ ਉੱਥੇ ਪਹੁੰਚ ਜਾਂਦਾ ਹੈ। ਦਦ ਆਗੇ ਤਰ ਸੀਸ ਨਿਵਾਇਸ। ਸਤਿਗੁਰਾਂ ਦੇ ਅੱਗੇ ਦਹੀਂ ਵਾਲਾ ਬਰਤਨ ਰੱਖ ਕੇ ਨਮਸਕਾਰ ਕਰਦਾ ਹੈ। ਲੈ ਸਤਿਗੁਰ ਨੇ ਅਚਿਓ ਆਹਾਰਾ। ਸਤਿਗੁਰੂ ਜੀ ਨੇ ਦਹੀਂ ਲੈ ਕੇ ਹੁਣ ਭੋਜਨ ਜਿਹੜਾ ਹੈ ਓਗਰਾ ਛਕਣਾ ਸ਼ੁਰੂ ਕੀਤਾ ਹੈ। ਅਪਰ ਸਰਬ ਤ੍ਰਿਪਤੇ ਸ਼ੁੱਧ ਤਾਲਾ। ਇਸੇ ਪ੍ਰਕਾਰ ਸਾਧ ਸੰਗਤ ਸਾਰੀ ਸੰਗਤ ਨੇ ਫਿਰ ਭੋਜਨ ਜਿਹੜਾ ਹੈ ਉਹ ਬਾਅਦ ਵਿੱਚ ਛਕਿਆ ਹੈ, ਕਿਉਂਕਿ ਜਦੋਂ ਵੀ ਪ੍ਰਸ਼ਾਦ ਪਾਣੀ ਤਿਆਰ ਹੁੰਦਾ ਸੀ ਸਤਿਗੁਰਾਂ ਦੇ ਅੱਗੇ ਭੇਟ ਕੀਤਾ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਜੀ ਉਹਦੇ ਵਿੱਚੋਂ ਸੀਤ ਪ੍ਰਸ਼ਾਦ ਲੈਂਦੇ ਸਨ, ਫਿਰ ਉਹ ਸੰਗਤ ਵਿੱਚ ਵਰਤਾਇਆ ਜਾਂਦਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੀਰ ਦੀ ਮੁਖੀ ਨਾਲ ਭੋਗ ਲਾਇਆ ਕਰਦੇ ਸਨ, ਥੋੜਾ ਜਿਹਾ ਭੋਜਨ ਅੰਗੀਕਾਰ ਕਰ ਲਿਆ ਕਰਦੇ ਸਨ। ਇਵੇਂ ਫਿਰ ਦਸਮ ਪਾਤਸ਼ਾਹ ਜੀ ਦੇ ਸਮੇਂ ਤੋਂ ਜਦੋਂ ਸਤਿਗੁਰੂ ਜੀ ਮਾਛੀਵਾੜੇ ਤੋਂ ਅੱਗੇ ਆਉਂਦੇ ਨੇ ਤਾਂ ਉਸ ਸਮੇਂ ਫਿਰ ਜਦੋਂ ਕਿਰਪਾਨ ਭੇਟ ਦੀ ਜਿਹੜੀ ਹੈ ਉਹ ਮਰਿਆਦਾ ਚੱਲੀ ਹੈ ਕਿ ਭੋਜਨ ਦੇ ਵਿੱਚ ਪ੍ਰਸ਼ਾਦੇ ਵਿੱਚ ਕਿਰਪਾਨ ਭੇਟ ਕਰਕੇ ਜੋ ਗੁਰੂ ਸਾਹਿਬ ਨੂੰ ਅਰਪਣ ਕਰਕੇ ਫਿਰ ਪ੍ਰਸ਼ਾਦ ਪਾਣੀ ਸਿੱਖ ਸੰਗਤਾਂ ਛਕਦੀਆਂ ਨੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਸੋ ਇਤਿਹਾਸ ਦੇ ਇੰਨੇ ਕੁ ਸ਼ਬਦ ਪ੍ਰਵਾਨ ਕਰਨੇ। ਅੱਜ ਦਾ ਜੋ ਦਿਹਾੜਾ ਹੈ, ਸਾਧ ਸੰਗਤ ਜੀ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ। ਇਕੱਲੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਹੀਂ, ਹੋਰ ਵੀ ਬੇਅੰਤ ਗੁਰੂ ਕੇ ਲਾਲਾਂ ਨੇ ਸਿੱਖ ਕੌਮ ਦੀ ਆਜ਼ਾਦੀ ਵਿੱਚ ਆਪਣਾ ਖੂਨ ਡੋਲਿਆ ਹੈ, ਸ਼ਹਾਦਤਾਂ ਦਿੱਤੀਆਂ ਹਨ। ਸਾਨੂੰ ਅੱਜ ਪੜਚੋਲ ਕਰਨ ਦੀ ਲੋੜ ਹੈ ਕਿ ਮੋਰਚਾ ਕਿਉਂ ਲਾਇਆ ਗਿਆ, ਇਹਦੇ ਪਿੱਛੇ ਕਾਰਨ ਕੀ ਸਨ, ਕਿਹਨਾਂ ਕਾਰਨਾਂ ਕਰਕੇ 1978 ਦਾ ਸਾਕਾ ਜਿਹੜਾ ਸੀ ਉਹ ਵਾਪਰਿਆ, ਜਿਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੂੰ ਗੁਰਮਤਿ ਪ੍ਰਚਾਰ ਦੀਆਂ ਸੇਵਾਵਾਂ ਵਿੱਚ ਛੱਡ ਕੇ
ਕੌਮ ਦਾ ਸੰਘਰਸ਼ਮਈ ਹਥਿਆਰਬੰਦ ਯੁੱਧ ਜਿਹੜਾ ਸੀ ਉਹ ਵਿੱਢਣਾ ਪਿਆ। ਇਹਦੇ ਪਿੱਛੇ ਬੜੇ ਕਾਰਨ ਸਨ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਵਾਸਤੇ ਵੀ ਖੜਾ ਕੀਤਾ ਗਿਆ ਸੀ। ਸਰਕਾਰੀ ਮਸ਼ੀਨਰੀ ਨੇ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦਿਆਂ ਹੋਇਆਂ ਬੇਈਮਾਨੀ ਦੇ ਨਾਲ, ਜਿਵੇਂ ਅੱਜ ਵੀ ਇੰਡੀਆ ਵਿੱਚ ਹੋ ਰਿਹਾ ਹੈ, ਉਦੋਂ ਵੀ ਹੋਇਆ, ਤੇ ਭਾਈ ਸਾਹਿਬ ਜੀ ਨੂੰ ਬਹੁਤ ਸਾਰੀਆਂ ਵੋਟਾਂ ਦੇ ਉੱਤੇ ਜਿਹੜਾ ਸੀ ਉਸ ਸਮੇਂ ਹਰਾ ਦਿੱਤਾ ਸੀ। ਇਸੇ ਪ੍ਰਕਾਰ ਸਿੱਖਾਂ ਦੇ ਨਾਲ ਸਰਕਾਰੀ ਜ਼ਬਰ ਦੇ ਤਹਿਤ ਬੜੇ ਤਰ੍ਹਾਂ ਦੇ ਵਿਤਕਰੇ ਜਿਹੜੇ ਸਨ ਉਹ ਕੀਤੇ ਜਾ ਰਹੇ ਸਨ, ਜਿਸ ਕਰਕੇ ਮੋਰਚਾ ਜਿਹੜਾ ਸੀ ਲਾਉਣਾ ਪਿਆ। ਔਰ ਇਹ ਸੰਘਰਸ਼ ਜਿਹੜਾ ਹੈ ਉਦੋਂ ਤੋਂ ਲੈ ਕੇ ਅਜੇ ਤੱਕ ਜਾਰੀ ਹੈ। ਕਿੰਨੀਆਂ ਸ਼ਹਾਦਤਾਂ ਹੋਈਆਂ, ਕਿੰਨਾ ਖੂਨ ਡੁੱਲਿਆ, ਕੀ ਪਾਇਆ ਕੀ ਗਵਾਇਆ, ਇਹਦੀ ਸਾਨੂੰ ਪੜਚੋਲ ਕਰਨ ਦੀ ਲੋੜ ਹੈ। ਤੇ ਉਹਨਾਂ ਗੁਰੂ ਕੇ ਲਾਲਾਂ ਨੇ ਆਪਣੇ ਘਰ-ਬਾਰ ਤਿਆਗ ਕੇ ਜਿਨ੍ਹਾਂ ਕਾਰਨਾਂ ਕਰਕੇ ਸ਼ਹਾਦਤਾਂ ਦਿੱਤੀਆਂ, ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਜਿਸ ਜਿਲਣ ਦੇ ਵਿੱਚੋਂ ਕੱਢਣ ਵਾਸਤੇ ਉਹਨਾਂ ਨੇ ਯਤਨ ਕੀਤੇ ਸਨ, ਅੱਜ ਕੀ ਅਸੀਂ ਖੁਦ ਉਹੀ ਕਰਮ ਤਾਂ ਨਹੀਂ ਕਰ ਰਹੇ? ਵਿਚਾਰਨ ਦੀ ਲੋੜ ਹੈ। ਉਦੋਂ 11 ਬੰਦੇ ਬਰਾਤ ਜਾਇਆ ਕਰਦੇ ਸਨ, ਹੋਰ ਵੀ ਸਮਾਜ ਸੁਧਾਰ ਦੇ ਬੜੇ ਕੰਮ ਹੋਏ ਸਨ। ਅੱਜ ਅਸੀਂ ਉਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤਾਂ ਮਨਾਉਂਦੇ ਹਾਂ, ਪਰ ਮਾਫ਼ ਕਰਨਾ, ਕੰਮ ਅਸੀਂ ਮੁੜ ਕੇ ਉਹੀ ਕਰ ਰਹੇ ਹਾਂ ਜੋ ਗੱਲ ਗੁਰਮਤਿ ਦੇ ਅਨੁਕੂਲ ਨਹੀਂ। ਇਸ ਕਰਕੇ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਜੇ ਅਸੀਂ ਮੁੱਲ ਚੁਕਾਉਣਾ ਚਾਹੁੰਦੇ ਹਾਂ ਨਾ, ਤੇ ਫਿਰ ਸਾਧ ਸੰਗਤ ਸਾਨੂੰ ਆਪਣੇ ਆਪ ਨੂੰ ਸੰਕੋਚਣਾ ਪਵੇਗਾ, ਸਵੈ ਪੜਚੋਲ ਕਰਨੀ ਪਵੇਗੀ। ਇਹ ਸ਼ਹਾਦਤਾਂ, ਇਹ ਕੁਰਬਾਨੀਆਂ ਐਵੇਂ ਨਹੀਂ ਹੋਈਆਂ। ਇੰਨੀਆਂ ਵੱਡੀਆਂ ਕੁਰਬਾਨੀਆਂ ਉਹਨਾਂ ਨੇ ਐਵੇਂ ਨਹੀਂ ਦਿੱਤੀਆਂ, ਕੌਮ ਦੇ ਹਿੱਤ ਵਿੱਚ ਦਿੱਤੀਆਂ ਨੇ, ਕੌਮ ਨਾਲ ਪਿਆਰ ਪਾ ਕੇ ਦਿੱਤੀਆਂ ਨੇ। ਜੇ ਅੱਜ ਕੌਮ ਦੀ ਚੜ੍ਹਦੀ ਕਲਾ ਹੈ ਨਾ, ਤੇ ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਬਦੌਲਤ ਹੀ ਹੈ, ਜਿਨ੍ਹਾਂ ਨੇ, ਕਿਉਂਕਿ ਸ਼ਹੀਦ ਦਾ ਅਰਥ ਹੀ ਹੁੰਦਾ ਹੈ ਸੱਚ ਦੇ ਉੱਪਰ ਵਿਟਨੈਸ ਪਾਉਣੀ, ਗਵਾਹੀ ਪਾਉਣੀ। ਜਿਨ੍ਹਾਂ ਨੇ ਉਹ ਸੱਚ ਦੇ ਉੱਪਰ ਗਵਾਹੀ ਪਾਈ ਹੈ, ਪਰ ਅੱਜ ਹਾਲਾਤ ਜਿਹੜੇ ਨੇ ਫਿਰ ਬਦ ਤੋਂ ਬਦਤਰ ਬਣਦੇ ਜਾ ਰਹੇ ਨੇ। ਗੱਲ ਫਿਰ ਉੱਥੇ ਦੀ ਉੱਥੇ ਖੜੀ ਹੈ। ਅੱਜ ਅਸੀਂ ਉਹ ਸੰਘਰਸ਼ ਨੂੰ ਅੱਗੇ ਤੋਰਨ ਵਾਸਤੇ ਕੀ ਯਤਨ ਕਰ ਰਹੇ ਹਾਂ, ਸਾਡਾ ਕੀ ਯੋਗਦਾਨ ਹੈ, ਇਹ ਸਾਨੂੰ ਸਵੈ ਪੜਚੋਲ ਆਪਣੇ ਆਪੇ ਨੂੰ ਵਿਚਾਰਨ ਤੇ ਵਾਚਣ ਦੀ ਲੋੜ ਹੈ। ਕੁਰਬਾਨੀਆਂ ਕਰਨ ਵਾਲੇ ਕਰ ਜਾਂਦੇ ਨੇ ਕਿਉਂਕਿ ਉਹਨਾਂ ਦਾ ਗੁਰੂ ਨਾਲ ਨੇਮ ਹੁੰਦਾ ਹੈ, ਗੁਰੂ ਨਾਲ ਪ੍ਰੇਮ ਹੁੰਦਾ ਹੈ। ਉਹਨਾਂ ਨੇ ਆਪਣਾ ਸਰੀਰ ਦਾ ਠੀਕਰਾ ਜਿਹੜਾ ਹੈ ਗੁਰੂ ਨੂੰ ਖੁਸ਼ ਕਰਨ ਵਾਸਤੇ, ਮਨੁੱਖਤਾ ਦੀ ਆਜ਼ਾਦੀ ਲਈ, ਦੁਨੀਆ ਦੇ ਭਲੇ ਲਈ ਕੁਰਬਾਨ ਕਰ ਦੇਣਾ ਹੁੰਦਾ ਹੈ। ਤਾਂ ਮਗਰੋਂ ਸ਼ਹੀਦਾਂ ਦੇ ਵਾਰਸਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਿਆ ਜਾਵੇ। ਉਹਨਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਸੀਨੇ ਵਿੱਚ ਵਸਾਇਆ ਜਾਵੇ। ਇਹੀ ਅਰਥ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸੋ ਇੰਨੇ ਸ਼ਬਦ ਪ੍ਰਵਾਨ ਕਰਨੇ ਜੀ। ਉਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਤੋਂ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।